ਵਾਹਿਗੁਰੂ 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 गुरु जी की साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारे जो गुरबाणी गुरु विच आपां नूं सतगुरु उपदेश बख्शिश कर रही, सतगुरां दी किरपा द्वारा ये आप विचार करते। सतगुरु आपां नूं समझा रहे कि संसार दे विच जदों साडा मन इस लोक विच आउंदा है, इत्थे आके इहदे ते मैल लगदी है विचारां दी, सैंसे फिकरां दी, चिंतावां दी। जदों ये साडा मन मैला हुंदा है, विचारां दे विच भरम दे विच सुता हुंदा है, फिर जो साडा शरीर है तन, ये दृष्टि दा, ये रसना दा, ये पंज इस्तेमाल करती। काम क्रोध लोभ मोह हंकार, ये फिर वारी वारी करते, कदे एक आ जांदा, कदे दूजा तीजा, इहो फिर बोलते, इहो देखते। इन्हां दा देखना जिहड़ा, इन्हां दी तकनी हो रहे, इन्हां दे जिहड़े बोल वो होर ने। जदों हुण आपां सत्संगत करदे हां, सिमरन करदे हां, साडा मन जाग पैंदा है, ये घर दे विच बैठ जांदा, फिर घर दे विच सुन समाधि विच, फिर इस मुख दा सतगुरु इस्तेमाल करते, फिर मालक बोलदा, फिर इसे दृष्टि का मालक इस्तेमाल करते। हुण मालक उदों करते जदों मन घरे बैठ जाता हुक्म मन के,
ਤੇ ਮਨ ਘਰੋਂ ਉਦੋਂ ਬਹਿੰਦਾ ਜਦੋਂ ਇਹ ਜਾਗਦਾ, ਜਦੋਂ ਇਹਨੂੰ ਸੋਝੀ ਆਉਂਦੀ ਫਿਰ ਇਹ ਘਰੇ ਬਹਿੰਦਾ। ਜਦ ਤੱਕ ਇਹ ਸੁੱਤਾ ਉਹਨਾਂ ਸਮੇਂ ਘਰੇ ਨਹੀਂ ਬਹਿੰਦਾ। ਇਸ ਵਾਸਤੇ ਫਿਰ ਆਪਾਂ ਜਦੋਂ ਸਤ ਸੰਗਤ ਦੇ ਵਿੱਚ ਹੁੰਦੇ ਹਾਂ ਵੀ ਇਹਨਾਂ ਨੇਤਰਾਂ ਦਾ ਸਤਿਗੁਰ ਨੇ ਇਸਤੇਮਾਲ ਕਰਨਾ, ਇਹ ਰਸਨਾ ਦਾ ਸਤਿਗੁਰ ਨੇ ਕਰਨਾ। ਉਹਦੇ ਵਾਸਤੇ ਫਿਰ ਇਹ ਰਸਨਾ ਸੁੱਚੀ ਹੋਣੀ ਜ਼ਰੂਰੀ ਹੈ। ਨੇਤਰ ਨੇ ਜਿਹੜੇ ਉਹ ਸੁੱਚੇ ਹੋਣੇ ਜ਼ਰੂਰੀ ਨੇ। ਜਿਵੇਂ ਆਪਾਂ ਗੁਰਬਾਣੀ ਗੁਰੂ ਸਤਿਗੁਰ ਦਾ ਪ੍ਰਕਾਸ਼ ਕਰਦੇ ਹਾਂ ਗੁਰਮੁਖ, ਅਤੇ ਉਹ ਜਗ੍ਹਾ ਨੂੰ ਪਹਿਲਾਂ ਸੁੱਚੀ ਕਰਦੇ, ਚੰਗੀ ਤਰ੍ਹਾਂ ਸਾਫ਼ ਕਰਦੇ। ਆਪਾਂ ਗੁਰੂ ਸਾਹਿਬ ਨੂੰ ਘਰੇ ਲੈ ਕੇ ਜਾਂਦੇ, ਚੰਗੀ ਤਰ੍ਹਾਂ ਸਫਾਈ ਕਰਕੇ ਇਹਦਾ ਆਪਾਂ ਉੱਥੇ ਸਤਿਗੁਰਾਂ ਦਾ ਪ੍ਰਕਾਸ਼ ਕਰਾਉਂਦੇ। ਹੁਣ ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਸਾਡੇ ਅੰਦਰ ਆ ਕੇ ਬੋਲਣਾ, ਸਾਡੀ ਇਹ ਰਸਨਾ 'ਤੇ ਬੋਲਣਾ, ਸਾਡੇ ਨੇਤਰਾਂ ਦਾ ਇਸਤੇਮਾਲ ਕਰਨਾ। ਉਹਦੇ ਵਾਸਤੇ ਫਿਰ ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ, ਇਹ ਸਾਡੀ ਜਿਹੜੀ ਰਸਨਾ ਪਹਿਲਾਂ ਜੂਠੀ ਹੋਈ ਹੁੰਦੀ ਹੈ ਸੁੱਚੀ ਹੋ ਜਾਂਦੀ। ਮਹਾਰਾਜ ਕਹਿੰਦੇ ਵੀ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ ਉਦੋਂ ਸੁੱਚੀ ਹੁੰਦੀ, ਸੁੱਚੀ ਭਈ ਰਸਨਾ। ਵੀ ਕਦੋਂ ਜਦੋਂ ਗੋਬਿੰਦ ਮਾਲਕ ਦਾ ਸਿਮਰਨ ਕੀਤਾ, ਪਰਮਾਤਮਾ ਦਾ ਸਿਮਰਨ ਕੀਤਾ। ਹੁਣ ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ ਰਸਨਾ ਸੁੱਚੀ ਹੋ ਜਾਂਦੀ, ਮਨ ਘਰੇ ਬੈਠ ਜਾਂਦਾ। ਫਿਰ ਉਹ ਮਾਲਕ ਆਪ ਬੋਲਦੇ। ਕਦੋਂ ਬੋਲਦੇ? ਜਦੋਂ ਮਨ ਥਿਰ ਕਰ ਬੈਠੇ। ਮਹਾਰਾਜ ਕਹਿੰਦੇ ਸੁਨ ਸਹਿਜ ਮੇ ਰਹਿਆ ਸਮਾਈ, ਮਨ ਮਤੇ ਜਾਣੇ ਜੇ ਕੋਈ, ਜੋ ਬੋਲੇ ਸੋ ਆਪੇ ਹੋਏ। ਜਦੋਂ ਮਨ ਸਾਡਾ ਘਰ ਦੇ ਵਿੱਚ ਬੈਠ ਗਿਆ ਫਿਰ ਉਹ ਆਪ ਬੋਲਦਾ। ਮਾਲਕ ਜੋ ਸਾਨੂੰ ਜੀਵਾਂ ਨੂੰ ਉਹ ਉਪਦੇਸ਼ ਦੇਣਾ ਚਾਹੁੰਦੇ, ਜੋ ਸਾਨੂੰ ਸਮਝਾਉਣਾ ਚਾਹੁੰਦੇ, ਜੋ ਸਾਡੇ ਭਲੇ ਵਾਸਤੇ, ਉਹ ਫਿਰ ਗੁਰਮੁਖਾਂ ਦੇ ਮੁਖ ਰਾਹੀਂ ਬੋਲਦੇ, ਉਹਨਾਂ ਦੇ ਮੁਖ ਦਾ ਆਪ ਇਸਤੇਮਾਲ ਕਰਦੇ। ਇਸ ਕਰਕੇ ਜਦੋਂ ਫਿਰ ਮਾਲਕ ਬੋਲਦੇ, ਉਹਨਾਂ ਵਚਨਾਂ ਨੂੰ ਅਸੀਂ ਬੜੇ ਧਿਆਨ ਦੇ ਨਾਲ ਸੁਣਨਾ ਹੁੰਦਾ, ਕਿਉਂਕਿ ਉਹ ਆਪਣੇ ਨਹੀਂ ਕਿਸੇ ਦੇ ਹੁੰਦੇ। ਉਹ ਸਾਡੇ ਕਿਸੇ ਇੱਕ ਸਪੈਸ਼ਲ ਕਿਸੇ ਵਾਸਤੇ ਨਹੀਂ, ਉਹ ਸਾਰਿਆਂ ਵਾਸਤੇ ਹੁੰਦੇ, ਸਾਡੇ ਸਾਰਿਆਂ ਦੇ ਭਲੇ ਵਾਸਤੇ। ਇਸ ਵਾਸਤੇ ਫਿਰ ਆਪਾਂ ਨੂੰ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਵੀ ਅਸੀਂ ਕੁਝ ਨਹੀਂ ਕਹਿੰਦੇ, ਜੋ ਸਤਿਗੁਰੂ ਸਾਨੂੰ ਉਪਦੇਸ਼ ਦੇਣਾ ਚਾਹੁੰਦੇ ਮਾਲਕ ਉਹੀਓ ਸਾਨੂੰ ਸੁਣਾਉਂਦੇ ਸਾਡੀ ਭਾਸ਼ਾ ਦੇ ਵਿੱਚ। ਕਿਉਂਕਿ ਮਾਲਕ ਦੀ ਆਪਣੀ ਜਿਹੜੀ ਭਾਸ਼ਾ ਉਹ ਅਨਹਦ ਹੈ, ਉਹਨੂੰ ਤਾਂ ਅਸੀਂ ਸਮਝਦੇ ਨਹੀਂ। ਹੁਣ ਆਪਾਂ ਇਸ ਸੰਸਾਰ ਦੀ ਭਾਸ਼ਾ ਸਮਝਦੇ, ਜੋ ਆਪਾਂ ਬੋਲਦੇ, ਜਿਹੜੀ ਭਾਸ਼ਾ ਅਸੀਂ ਸਮਝਦੇ ਹਾਂ ਉਹ ਫਿਰ ਸਾਨੂੰ ਸਾਡੀ ਭਾਸ਼ਾ ਦੇ ਵਿੱਚ ਹੀ ਸਮਝਾਉਂਦੇ, ਅਤੇ ਸਮਝਾਉਂਦੇ ਆਕਾਰ ਦੇ ਵਿੱਚ ਹੀ ਆ ਕੇ, ਕਿਉਂਕਿ ਸਿੱਧਾ ਨਹੀਂ, ਉਹ ਸਾਨੂੰ ਕਿਸੇ ਨਾ ਕਿਸੇ ਆਕਾਰ ਦੇ ਵਿੱਚ ਆ ਕੇ ਹੀ ਸਮਝਾਉਣਗੇ। ਜਿਵੇਂ ਹੁਣ ਕਈ ਜੀਵ ਕਹਿੰਦੇ ਵੀ ਅਸੀਂ ਦੇਹਧਾਰੀ ਨੂੰ ਗੁਰੂ ਨਹੀਂ ਮੰਨਦੇ। ਹੁਣ ਦੇਹ ਤੋਂ ਬਿਨਾਂ ਸਾਨੂੰ ਉਪਦੇਸ਼ ਨਹੀਂ ਦਿੱਤਾ ਜਾ ਸਕਦਾ। ਗੁਰੂ ਸਾਹਿਬ ਆਏ ਦੇਹ ਦੇ ਵਿੱਚ ਹੀ ਆਏ, ਜਿੰਨੇ ਭਗਤ ਹੋਏ ਸਭ ਦੇਹ ਦੇ ਵਿੱਚ ਹੀ ਹੋਏ, ਸੰਤ ਸਾਧੂ ਇਹ ਸਭ ਆਕਾਰ ਦੇ ਦੇਹ ਦੇ ਵਿੱਚ ਹੀ ਆਉਂਦੇ ਨੇ। ਕਿਉਂਕਿ ਦੇਹ ਤੋਂ ਬਿਨਾਂ ਤਾਂ ਸਾਨੂੰ ਉਪਦੇਸ਼ ਦਿੱਤਾ ਹੀ ਨਹੀਂ ਜਾ ਸਕਦਾ। ਜਿਵੇਂ ਹੁਣ ਗੁਰਬਾਣੀ ਗੁਰੂ, ਇਹਨੂੰ ਵੀ ਆਪਾਂ ਪ੍ਰਗਟ ਗੁਰਾਂ ਕੀ ਦੇਹ ਮੰਨਦੇ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਉਹ ਦੇਹ ਦਾ ਮਾਲਕ ਇਸਤੇਮਾਲ ਕਰਦੇ, ਜਿਹੜੀ ਦੇਹ ਪ੍ਰਵਾਨ ਹੋ ਗਈ, ਕਿਹੜੀ ਪ੍ਰਵਾਨ ਹੋਈ, ਜਿਨ੍ਹਾਂ ਨੇ ਸਤਿਗੁਰ ਦੇ ਨਾਲ ਚਿੱਤ ਲਾ ਲਿਆ, ਉਹਨਾਂ ਦਾ ਮਨ ਵੀ ਪ੍ਰਵਾਨ ਅਤੇ ਉਹਨਾਂ ਦਾ ਤਨ ਵੀ ਪ੍ਰਵਾਨ ਹੋ ਜਾਂਦਾ। ਕਿਉਂਕਿ ਉਹ ਧਨ ਦੇ ਵਿੱਚ ਸਤਿਗੁਰ ਨੇ ਆਪ ਬੋਲਣਾ।
ਇਸ ਲਈ ਮਹਾਰਾਜ ਕਹਿੰਦੇ ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿੱਤ ਲਾਇਆ। ਬਈ ਜਿਨ੍ਹਾਂ ਨੇ ਚਿੱਤ ਮਾਲਕ ਦੇ ਨਾਲ ਲਾ ਲਿਆ ਉਹਨਾਂ ਦਾ ਮਨ ਵੀ ਅਤੇ ਉਹਨਾਂ ਦਾ ਤਨ ਵੀ ਪ੍ਰਵਾਨ ਹੋ ਗਿਆ, ਕਿਉਂਕਿ ਉਸ ਤਨ ਦਾ ਫਿਰ ਮਾਲਕ ਆਪ ਇਸਤੇਮਾਲ ਕਰਦੇ, ਆਪ ਚਲਾਉਂਦੀ। ਇਸ ਲਈ ਗੁਰੂ ਨਾਨਕ ਪਾਤਸ਼ਾਹ ਸਾਨੂੰ ਸਮਝਾਉਂਦੇ, ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਬਈ ਜੋ ਮਾਲਕ ਸਾਨੂੰ ਜੀਵਾਂ ਨੂੰ ਸਮਝਾਉਣਾ ਚਾਹੁੰਦਾ ਉਹ ਫਿਰ ਗੁਰਮੁਖਾਂ ਦੇ ਮੁਖ ਰਾਹੀਂ ਕਹਿੰਦੇ, ਉਹਨਾਂ ਦੇ ਮੁਖ ਰਾਹੀਂ ਬੋਲਦੇ, ਉਹਨਾਂ ਦੀ ਰਸਨਾ 'ਤੇ ਬੋਲਦੇ। ਤਾਈਓ ਆਪ ਨੂੰ ਸਮਝਾਉਂਦੇ ਵੀ ਪਰਮਾਤਮਾ ਕਿੱਥੇ ਵੱਸਦਾ, ਕਹਿੰਦੇ ਸਾਧੂਆਂ ਦੀ ਰਸਨਾ 'ਤੇ, ਕਿਉਂਕਿ ਉਹਨਾਂ ਦੀ ਰਸਨਾ 'ਤੇ ਆਪ ਬੋਲਦਾ। ਮਾਰੇ ਫਰਮਾਉਂਦੇ ਪ੍ਰਭ ਜੀ ਵਸੇ ਸਾਧ ਕੀ ਰਸਨਾ। ਹੁਣ ਜਦੋਂ ਮੁਖ ਦੁਆਰਾ ਬੋਲਦੇ ਗੁਰਮੁਖਾਂ ਦੇ, ਉਹ ਜਿਹੜਾ ਉਪਦੇਸ਼ ਦਿੰਦੇ ਉਹ ਸਾਨੂੰ ਸਾਰਿਆਂ ਵਾਸਤੇ ਸਾਂਝਾ, ਕਿਸੇ ਇੱਕ ਲਈ ਨਹੀਂ, ਕਿਸੇ ਜਾਤੀ, ਕਿਸੇ ਧਰਮ, ਕਿਸੇ ਫਿਰਕੇ ਵਾਸਤੇ, ਸਾਰਿਆਂ ਨੂੰ ਸਾਂਝਾ। ਜਿਸ ਨੂੰ ਮਹਾਰਾਜ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਬਈ ਇਹ ਸਾਰਿਆਂ ਵਾਸਤੇ ਸਾਂਝਾ ਹੈ, ਸਾਰੀ ਲੋਕਾਈ ਵਾਸਤੇ। ਜਿਹੜੇ ਵੀ ਜੀ ਮਾਨਸ ਜਾਮੇ ਵਿੱਚ ਆਏ ਉਹਨਾਂ ਨੂੰ ਸਤਿਗੁਰੂ ਸਮਝਾਉਂਦੇ। ਇਸ ਵਾਸਤੇ ਫਿਰ ਜਿਹੜੇ ਗੁਰਮੁਖ ਪ੍ਰਵਾਨ ਹੋ ਗਏ ਉਹਨਾਂ ਨੂੰ ਗੁਰਬਾਣੀ ਗੁਰੂ ਵਿੱਚ ਮਹਾਂਪੁਰਖ ਆਖੀ। ਅਤੇ ਉਹ ਪੁਰਖ ਜੋ ਫਿਰ ਸਾਨੂੰ ਸਮਝਾਉਂਦੇ ਉਹ ਸਾਰਿਆਂ ਵਾਸਤੇ ਸਾਂਝਾ। ਪਰ ਤਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਬਈ ਸਾਰੇ ਜਹਾਨ ਨੂੰ ਸਾਂਝਾ ਉਪਦੇਸ਼ ਸਾਰਿਆਂ ਵਾਸਤੇ, ਸਾਰਿਆਂ ਦੇ ਮਨਾਂ ਲਈ। ਕਿਉਂਕਿ ਇਹ ਤਾਂ ਜਿਹੜਾ ਅਸੀਂ ਜਾਤਾਂ ਪਾਤਾਂ ਬਣਾਈਆਂ ਇਹ ਅਸੀਂ ਅਗਿਆਨਤਾ 'ਚ ਸੰਸਾਰ ਵਿੱਚ ਬਣਾਈਆਂ ਹੋਈਆਂ। ਜਿਹੜੇ ਅਸੀਂ ਧਰਮ ਬਣਾਏ ਆਪੋ ਆਪਣੀ ਮੱਤ ਦੁਆਰਾ ਬਣਾਏ ਹੋਏ, ਕੁਝ ਨਿਯਮ ਰੱਖੇ ਜੀਵਾਂ ਨੂੰ। ਵੀ ਸਾਡੇ ਧਰਮ ਦੇ ਆਹ ਨਿਯਮ ਨੇ, ਜਿਹੜਾ ਜੀਵ ਇਹਨਾਂ ਨਿਯਮਾਂ 'ਚ ਰਹੇਗਾ ਉਹ ਧਰਮੀ ਹੈ, ਜਿਹੜਾ ਇਹਨਾਂ ਨਿਯਮਾਂ ਨੂੰ ਤੋੜੇਗਾ ਉਹਨੂੰ ਧਰਮੀ ਨਹੀਂ ਮੰਨਿਆ ਜਾਏਗਾ। ਹੁਣ ਆਪ ਨੂੰ ਸਤਿਗੁਰੂ ਸਮਝਾਉਂਦੇ ਵੀ ਧਰਮ ਤਾਂ ਸਾਡਾ ਸਾਰਿਆਂ ਦਾ ਇੱਕ ਹੀ ਹੈ। ਪਰਮਾਤਮਾ ਅਕਾਲ ਪੁਰਖ ਨੂੰ ਧਰਮ ਆਖੇ। ਜੇ ਤਾਂ ਅਸੀਂ ਪਰਮਾਤਮਾ ਦੀ ਭਗਤੀ ਕਰਦੇ ਹਾਂ, ਜੇ ਅਸੀਂ ਨਾਮ ਦੇ ਨਾਲ ਜੁੜੇ ਹਾਂ ਤਾਂ ਅਸੀਂ ਧਰਮੀ। ਜਿਹੜੇ ਸਾਡੇ ਧਰਮ ਦੇ ਗੁਣ ਨੇ, ਪਰਮਾਤਮਾ ਦੇ ਗੁਣ, ਜੇ ਤਾਂ ਅਸੀਂ ਉਹਦੀ ਬੰਦਗੀ ਕਰਾਂਗੇ, ਭਗਤੀ ਕਰਾਂਗੇ, ਉਹਦੇ ਗੁਣ ਸਾਡੇ ਵਿੱਚ ਆ ਜਾਣਗੇ ਅਤੇ ਅਸੀਂ ਧਰਮੀ ਬਣ ਜਾਵਾਂਗੇ। ਜਿਹੜਾ ਜੀਵ ਹੁਣ ਸਿਮਰਨ ਭਗਤੀ ਕਰਦਾ ਨਹੀਂ ਉਹ ਧਰਮੀ ਤਾਂ ਹੈ ਹੀ ਨਹੀਂ, ਕਿਉਂਕਿ ਧਰਮ ਦੇ ਗੁਣ ਹੀ ਨਹੀਂ ਉਹਦੇ ਵਿੱਚ। ਹੁਣ ਧਰਮ ਦੇ ਜਿਹੜੇ ਗੁਣ ਨੇ ਪਰਮਾਤਮਾ ਦੇ ਉਹ ਨਿਰਭਉ ਹੈ, ਉਹਨੂੰ ਕਿਸੇ ਦਾ ਭੈ ਨਹੀਂ ਹੈ। ਇਹ ਗੁਣ ਉਹ ਨਿਰਵੈਰ ਹੈ, ਉਹਦਾ ਕਿਸੇ ਦੇ ਨਾਲ ਵੈਰ ਨਹੀਂ। ਇਹ ਧਰਮ ਦੇ ਗੁਣ ਨੇ। ਜੇ ਤਾਂ ਅਸੀਂ ਧਰਮੀ ਹੋਵਾਂਗੇ ਸਾਡੇ ਵਿੱਚ ਹੀ ਗੁਣ ਆ ਜਾਣਗੇ, ਅਸੀਂ ਨਿਰਭਉ ਹੋ ਜਾਵਾਂਗੇ, ਭੈ ਰਹਿਤ ਹੋ ਜਾਵਾਂਗੇ, ਸਾਨੂੰ ਜਮਾਂ ਦਾ ਭੈਮ ਨਹੀਂ ਰਹਿਣਾ, ਕੋਈ ਮੌਤ ਦਾ ਭੈ ਨਹੀਂ। ਫਿਰ ਅਸੀਂ ਨਿਰਵੈਰ ਹੋ ਜਾਣਾ, ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਰਹਿਣਾ ਜੇ ਅਸੀਂ ਧਰਮੀ ਹਾਂ। ਫਿਰ ਜੋ ਧਰਮ ਪਰਮਾਤਮਾ ਉਹਦੇ ਅੰਦਰ ਹਉਮੈ ਨਹੀਂ ਇੰਨਾ ਵੱਡਾ, ਫਿਰ ਵੀ ਉਹ ਹਉਮੈ ਤੋਂ ਰਹਿਤ। ਅਤੇ ਜੇ ਅਸੀਂ ਧਰਮੀ ਅਸੀਂ ਵੀ ਹਉਮੈ ਤੋਂ ਰਹਿਤ ਹੋ ਜਾਣ। ਇਹੋ ਮਿੱਠਾ ਬੋਲੜਾ ਹੈ। ਅਤੇ ਜੇ ਅਸੀਂ ਧਰਮੀ ਹੋਵਾਂਗੇ ਅਸੀਂ ਵੀ ਮਿੱਠ ਬੋਲੜੇ ਹੋ ਜਾਵਾਂਗੇ।
ਇਸ ਵਾਸਤੇ ਫਿਰ ਸਾਨੂੰ ਸੱਚੇ ਪਾਤਸ਼ਾਹ ਕਹਿੰਦੇ ਵੀ ਸਾਰੇ ਧਰਮਾਂ ਦੇ ਨਾਲੋਂ ਸ੍ਰੇਸ਼ਟ ਧਰਮ ਹੈ ਕੀ ਹੈ। ਜਿਵੇਂ ਹੁਣ ਜਿਹੜੇ ਵੀ ਜੀਵ ਧਰਮ ਦੇ ਨਾਲ ਸੰਬੰਧ ਰੱਖਦਾ ਉਹੀਓ ਸਮਝਦਾ ਵੀ ਸਾਡਾ ਹੀ ਧਰਮ ਚੰਗਾ। ਹੁਣ ਸੰਸਾਰ 'ਚ ਕਿੰਨੇ ਧਰਮ ਨੇ ਅਤੇ ਹਰ ਇੱਕ ਜੀਵ ਕਹਿੰਦਾ ਵੀ ਸਾਡਾ ਹੀ ਧਰਮ ਸ੍ਰੇਸ਼ਟ ਹੈ, ਸਾਡਾ ਹੀ ਉੱਤਮ ਹੈ, ਸਾਰੇ ਧਰਮਾਂ ਦੇ ਨਾਲੋਂ ਸਾਡਾ ਧਰਮ ਚੰਗਾ ਹੈ। ਹੁਣ ਮਹਾਰਾਜ ਕਹਿੰਦੇ ਵੀ ਸਾਰੇ ਧਰਮਾਂ ਦੇ ਨਾਲੋਂ ਸ੍ਰੇਸ਼ਟ ਧਰਮ ਹੈ ਕੀ ਹੈ। ਤੁਸੀਂ ਪਰਮਾਤਮਾ ਦਾ ਸਿਮਰਨ ਕਰੋ, ਉਹਦੀ ਭਗਤੀ ਕਰੋਗੇ ਅਤੇ ਤੁਹਾਡੀ ਕਰਨੀ ਨਿਰਮਲ ਹੀ ਹੋ ਜਾਏਗੀ, ਤੁਹਾਡਾ ਮਨ ਨਿਰਮਲ ਹੋ ਜਾਏਗਾ ਅਤੇ ਤੁਸੀਂ ਧਰਮੀ ਹੋ ਜਾਓਗੇ। ਫਿਰ ਇਹ ਧਰਮ ਸਭ ਤੋਂ ਉੱਤਮ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਵੀ ਇਹ ਹੈ ਧਰਮ ਪਰਮਾਤਮਾ ਵਾਹਿਗੁਰੂ, ਅਤੇ ਜਦੋਂ ਅਸੀਂ ਉਹਦਾ ਸਿਮਰਨ ਕਰਾਂਗੇ ਉਹ ਧਰਮ ਦੇ ਗੁਣ ਸਾਡੇ ਵਿੱਚ ਆ ਜਾਣਗੇ ਅਤੇ ਸਾਡੀ ਕਰਨੀ ਨਿਰਮਲੀ ਹੋ ਜਾਏਗੀ, ਸਾਡਾ ਮਨ ਨਿਰਮਲ ਹੋ ਜਾਏਗਾ। ਅਤੇ ਜੇ ਹੁਣ ਅਸੀਂ ਸਿਮਰਨ ਕਰਦੇ ਨਹੀਂ ਫਿਰ ਜੀਵ ਧਰਮ 'ਤੇ ਵੰਡੀਆਂ ਪਾ ਲੈਣਗੇ, ਧਰਮ ਦੀ ਖਾਤਰ ਉਹ ਲੜਨਗੇ, ਵੈਰ ਵਿਰੋਧ ਕਰਨਗੇ, ਇੱਕ ਦੂਸਰੇ ਨੂੰ ਨੀਵਾਂ ਦਿਖਾਉਣਗੇ। ਇਹ ਫਿਰ ਧਰਮ ਜਿਹੜਾ ਉਹ ਅਗਿਆਨਤਾ ਵੱਲ ਲੈ ਕੇ ਜਾਂਦਾ ਸਾਨੂੰ ਆਪਣੀ ਮੱਤ ਦੁਆਰਾ, ਕਿਉਂਕਿ ਧਰਮ ਸਾਨੂੰ ਕੋਈ ਲੜਾਈ ਨਹੀਂ ਸਿਖਾਉਂਦਾ, ਧਰਮ ਸਾਨੂੰ ਕੋਈ ਵੈਰ ਵਿਰੋਧ ਨਹੀਂ ਸਿਖਾਉਂਦਾ। ਧਰਮ ਦੇ ਤਾਂ ਇਹ ਗੁਣ ਨੇ, ਨਿਰਭਉ ਨਿਰਵੈਰ। ਧਰਮ ਤਾਂ ਸਾਨੂੰ ਨਿਰਵੈਰ ਕਰਦਾ। ਜੇ ਸਾਡੇ ਅੰਦਰ ਵੈਰ ਹੈ ਇਹਦਾ ਮਤਲਬ ਅਸੀਂ ਧਰਮੀ ਹੈ ਹੀ ਨਹੀਂ। ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇੱਧਰ ਆ ਕੇ ਜਦੋਂ ਸਾਡਾ ਮਨ ਅਗਿਆਨਤਾ 'ਚ ਸੌਂ ਜਾਂਦਾ, ਇਹਦੇ ਉੱਤੇ ਮੈਲ ਲੱਗ ਜਾਂਦੀ ਕਰਮ ਦੀ, ਕਿਉਂਕਿ ਅਸੀਂ ਕਰਮ ਨੂੰ ਦ੍ਰਿੜ ਕਰ ਲੈਂਦੇ ਹਾਂ। ਕਰਮ ਕੀ ਹੈ? ਵਿਚਾਰ ਫੁਰਨੇ, ਇਹ ਸਾਡੇ ਮਨ ਦਾ ਕਰਮ ਹੈ। ਜਿਉਂ ਹੀ ਅਸੀਂ ਆਏ ਕਰਮ ਨੂੰ ਹੀ ਦ੍ਰਿੜ ਕੀਤਾ, ਪਹਿਲਾਂ ਵਿਚਾਰਾਂ ਨੂੰ। ਮਹਾਰਾਜ ਕਹਿੰਦੇ ਹਰ ਪਹਿਲੜੀ ਲਾਮ ਪ੍ਰਵਿਰਤੀ, ਕਰਮ ਦ੍ਰਿੜਾਇਆ ਬਲਰਾਮ ਜੀਓ। ਹੁਣ ਜਦੋਂ ਫਿਰ ਆਪਾਂ ਸਤ ਸੰਗਤ ਕਰਦੇ ਹਾਂ, ਸਤਿਗੁਰਾਂ ਦੀ ਸ਼ਰਨ 'ਚ ਆਉਂਦੇ, ਉਹ ਸਾਨੂੰ ਕਹਿੰਦੇ ਵੀ ਕਰਮ ਦੇ ਨਾਲ ਹੁਣ ਧਰਮ ਨੂੰ ਦ੍ਰਿੜ ਕਰੋ, ਬਈ ਨਾਲ ਨਾਲ ਸਿਮਰਨ ਕਰੋ। ਜਿਵੇਂ ਤੁਹਾਡੇ 'ਤੇ ਕਰਮਾਂ ਦੀ ਮੈਲ ਲੱਗ ਗਈ, ਕਰਮ ਕੀ ਹੈ? ਵਿਚਾਰ, ਵਿਚਾਰਾਂ ਦੀ ਮੈਲ ਚੜ੍ਹ ਗਈ ਮਨ ਦੇ ਉੱਤੇ। ਹੁਣ ਉਹ ਕਹਿੰਦੇ ਵੀ ਕਰਮ ਦੇ ਨਾਲ ਇਹ ਧਰਮ ਨੂੰ ਦ੍ਰਿੜ ਕਰੋ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਕਿ ਜਦੋਂ ਅਸੀਂ ਧਰਮ ਨੂੰ ਦ੍ਰਿੜ ਕਰਾਂਗੇ, ਧਰਮ ਕੀ ਹੈ? ਵਾਹਿਗੁਰੂ। ਜਦੋਂ ਅਸੀਂ ਉਹਦਾ ਸਿਮਰਨ ਕਰਾਂਗੇ ਅਤੇ ਸਾਡੇ ਮਨ 'ਤੇ ਜਿਹੜੀ ਇਹ ਕਰਮਾਂ ਦੀ ਮੈਲ ਲੱਗੀ, ਵਿਚਾਰਾਂ ਦੀ ਮੈਲ ਉਤਰ ਜੇਗੀ। ਇਸ ਲਈ ਮਹਾਰਾਜ ਕਹਿੰਦੇ ਗੁਰ ਸਤਿਗੁਰ ਪੂਰਾ ਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਬਈ ਜਿਹੜੇ ਸਾਡੇ ਮਨ ਦੇ ਉੱਤੇ ਕਰਮਾਂ ਦੀ ਮੈਲ ਲੱਗੀ, ਵਿਚਾਰਾਂ ਦੀ, ਸਹਿੰਸੇ ਫਿਕਰਾਂ ਦੀ, ਚਿੰਤਾਵਾਂ ਦੀ, ਇਹ ਸਾਡੀ ਮੈਲ ਸਾਰੀ ਲੱਥ ਜਾਣੀ। ਜਦੋਂ ਸਾਡੀ ਮੈਲ ਲੱਥ ਜੇਗੀ ਅਤੇ ਸਾਡੀ ਕਰਨੀ ਜਿਹੜੀ ਉਹ ਨਿਰਮਲ ਹੋ ਜਾਏਗੀ, ਸਾਡਾ ਮਨ ਨਿਰਮਲ ਹੋ ਜਾਏਗਾ। ਜਦੋਂ ਸਾਡਾ ਮਨ ਨਿਰਮਲ ਹੋ ਗਿਆ ਅਤੇ ਅਸੀਂ ਧਰਮੀ ਬਣ ਗਏ। ਸਾਡੇ ਅੰਦਰ ਉਹ ਧਰਮ ਵਾਲੇ ਗੁਣ ਪਰਮਾਤਮਾ ਦੇ ਉਹ ਆ ਜਾਣੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਿਵੇਂ ਤੁਸੀਂ ਕਰਮ ਨੂੰ ਦ੍ਰਿੜ ਕੀਤਾ ਹੈ, ਔਰ ਨਾਲ ਨਾਲ ਤੁਸੀਂ ਧਰਮ ਨੂੰ ਵੀ ਦ੍ਰਿੜ ਕਰੋ। ਹੁਣ ਕਰਮ ਕੀ ਹੈ? ਵਿਚਾਰ। ਅਤੇ ਕਰਮਾਂ ਦੇ ਵਿੱਚ, ਇਹਨਾਂ ਵਿਚਾਰਾਂ ਦੇ ਵਿੱਚ ਸਹਿਜ ਨਹੀਂ। ਸਹਿਜ ਸਾਡਾ ਘਰ ਹੈ। ਜਦੋਂ ਅਸੀਂ ਸਹਿਜ 'ਚ ਜਾਵਾਂਗੇ ਅਤੇ ਫਿਰ ਮਾਲਕ ਨੇ ਬੋਲਣਾ। ਜਿਵੇਂ ਹੁਣ ਸਹਿਜ ਦੇ ਵਿੱਚ ਮਨ ਜਾਏਗਾ ਅਤੇ ਸਾਡੀ ਰਸਨਾ ਦਾ ਮਾਲਕ ਫਿਰ ਇਸਤੇਮਾਲ ਕਰੇਗਾ, ਫਿਰ ਸਾਡੇ ਮੁੱਖ ਰਾਹੀਂ ਬੋਲੇਗਾ।
ਸਾਡੀ ਇਹ ਦ੍ਰਿਸ਼ਟੀ ਦਾ ਫਿਰ ਉਹ ਇਸਤੇਮਾਲ ਕਰੇਗਾ ਜਦੋਂ ਮਨ ਘਰੇ ਬੈਠ ਜੇ, ਜਿਹਨੂੰ ਮਹਾਰਾਜ ਕਹਿੰਦੇ ਸੁਣ ਸਹਿਜ ਮੇ ਰਿਹਾ ਸਮਾਈ, ਵੀ ਜਦੋਂ ਸਹਿਜ ਸਮਾਏਗਾ ਤੇ ਫਿਰ ਹੀ ਮਾਲਕ ਬੋਲੇਗਾ। ਹੁਣ ਇੱਧਰ ਕਰਮਾਂ ਦੇ ਵਿੱਚ, ਇੱਧਰ ਵਿਚਾਰਾਂ ਦੇ ਵਿੱਚ ਸਹਿਜ ਨਹੀਂ ਹੈ। ਸਤਿਗੁਰੂ ਕਹਿੰਦੇ ਕਰਮੀ ਸਹਿਜ ਨਾ ਉਪਜੇ, ਬੈਣ ਸਹਿਜੇ ਸਹਿਸਾ ਨਾ ਜਾਏ। ਹੁਣ ਸਾਡੀ ਚਿੰਤਾ ਫਿਕਰ ਕਿਉਂ ਨਹੀਂ ਖਤਮ ਹੁੰਦੀ? ਕਾਦੋਂ ਹੁਣ ਅਸੀਂ ਚਿੰਤਾ ਕਰਦੇ ਹਾਂ, ਕਿਉਂ ਫਿਕਰ ਕਰਦੇ? ਹਾਲਾਂਕਿ ਕਹਿੰਦੇ ਸਾਰੇ ਨੇ ਵੀ ਚਿੰਤਾ ਨਹੀਂ ਕਰਨੀ ਚਾਹੀਦੀ, ਫਿਕਰ ਨਹੀਂ ਕਰਨਾ ਚਾਹੀਦਾ। ਅਸੀਂ ਕਹੀ ਵੀ ਜਾਂਦੇ ਹਾਂ ਅਤੇ ਫਿਰ ਵੀ ਕਰੀ ਜਾਂਦੇ। ਹਾਲਾਂਕਿ ਹਰੇਕ ਨੂੰ ਪੁੱਛ ਲਓ, ਅਗਲਾ ਕਹਿੰਦਾ ਚਿੰਤਾ ਫਿਕਰਾਂ 'ਚ ਕੀ ਰੱਖੇ ਅੱਜ, ਪਰ ਫਿਰ ਵੀ ਲੱਗਦੀ ਹੈ ਚਿੰਤਾ। ਪਤਾ ਵੀ ਹੈ ਵੀ ਚਿੰਤਾ ਕਰਨ ਨਾਲ ਹੋਣਾ ਕੁਛ ਨਹੀਂ, ਪਰ ਫਿਰ ਵੀ ਕਰਦੇ ਹਾਂ। ਦਿਨ ਰਾਤ ਉਹ ਚਿੰਤਾ ਖਹਿੜਾ ਨਹੀਂ ਛੱਡਦੀ। ਹੁਣ ਮਹਾਰਾਜ ਕਹਿੰਦੇ ਵੀ ਇਹ ਚਿੰਤਾ ਨਹੀਂ ਖਤਮ ਹੋਣੀ ਜਦ ਤੱਕ ਤੁਸੀਂ ਸਹਿਜ ਵਿੱਚ ਨਹੀਂ ਜਾਓਗੇ। ਇੱਧਰ ਵਿਚਾਰਾਂ ਦੇ ਵਿੱਚ, ਤ੍ਰੈ ਗੁਣਾਂ ਦੇ ਵਿੱਚ, ਇੱਧਰ ਕਰਮ ਦੇ ਵਿੱਚ ਇਹ ਚਿੰਤਾ ਫਿਕਰ ਸਾਨੂੰ ਲੱਗੀ ਹੋਈ ਰਹਿਣੀ। ਹੁਣ ਕਰਮ ਕੀ ਹੈ? ਵਿਚਾਰ। ਜਦੋਂ ਸਾਡੇ ਅੰਦਰ ਇਹ ਵਿਚਾਰ ਚੱਲਦੇ, ਵਿਚਾਰ ਹੀ ਸਾਡੇ ਮਨ ਦੇ ਕਰਮ ਨੇ। ਹੁਣ ਮਹਾਰਾਜ ਸਾਨੂੰ ਫਿਰ ਸਮਝਾਉਂਦੇ ਵੀ ਇਹ ਕਰਮ ਛੱਡੋ, ਇਹਨਾਂ ਨੂੰ ਅਵਰ ਕਾਜ ਕਹਿੰਦੇ। ਇਹ ਜਿਹੜੇ ਅਵਰ ਕਾਜ, ਇਹ ਸਾਡੇ ਮਨ ਦੇ ਕਿਸੇ ਕੰਮ ਆਉਣ ਵਾਲੇ ਨਹੀਂ ਹੈ। ਇਹ ਅਵਰ ਕਾਜ ਦੇ ਵਿੱਚ ਸਾਡੇ ਮਨ ਨੂੰ ਸੁੱਖ ਨਹੀਂ ਮਿਲਣਾ, ਸਾਡੇ ਸਹਿਸੇ ਫਿਕਰ ਚਿੰਤਾਵਾਂ ਇਹ ਖਤਮ ਨਹੀਂ ਹੋਣੀਆਂ। ਤਾਈਓ ਮਹਾਰਾਜ ਸਾਨੂੰ ਰੋਜ਼ ਸਮਝਾਉਂਦੇ, ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਅਵਰ ਕਾਜ ਕੀ ਹੈ? ਵੀ ਜਿਵੇਂ ਹੁਣ ਆਪਾਂ ਇੱਥੇ ਬੈਠੇ ਹਾਂ, ਅਸੀਂ ਵਿਚਾਰ ਲਈ ਜਾਈਏ, ਇਹਨਾਂ ਨੂੰ ਅਵਰ ਕਾਜ ਕਹਿੰਦੇ। ਸਰੀਰ ਇੱਥੇ ਬੈਠਾ ਹੈ, ਮਨ ਬਾਹਰ ਚਲਿਆ ਗਿਆ ਅਵਰ ਕਾਜ ਕਰਨ, ਔਰਨੇ ਵਿਚਾਰ ਲੈਣੇ, ਇਹਨਾਂ ਨੂੰ ਅਵਰ ਕਾਜ ਕਹਿੰਦੇ। ਵੀ ਕੰਮ ਤਾਂ ਆਪਾਂ ਕਰਨਾ, ਇਹ ਨਹੀਂ ਵੀ ਕੰਮ ਨਹੀਂ ਕਰਨਾ, ਕੰਮ ਤਾਂ ਆਪਾਂ ਕਰਨਾ ਹੀ ਕਰਨਾ, ਪਰ ਜਿਹੜਾ ਸਾਡਾ ਮਨ ਉੱਦਾਂ ਹੀ ਵਿਚਾਰ ਲਈ ਜਾਂਦਾ, ਉਹ ਅਸੀਂ ਵਿਚਾਰ ਛੱਡਣੇ ਫੁਰਨੇ, ਉਹਨਾਂ ਨੂੰ ਅਵਰ ਕਾਜ ਆਖੇ। ਅਤੇ ਮਨ ਨੂੰ ਕਹਿੰਦੇ ਵੀ ਤੇਰਾ ਇੱਕ ਹੀ ਕਾਰਜ ਹੈ, ਵੀ ਤੂੰ ਪਰਮਾਤਮਾ ਦਾ ਸਿਮਰਨ ਕਰ। ਜੇ ਤੂੰ ਸਿਮਰਨ ਕਰੇਂਗਾ ਤਾਂ ਤੂੰ ਸਹਿਜ ਵਿੱਚ ਆ ਜਾਏਂਗਾ, ਤੂੰ ਆਪਣੇ ਘਰ ਆ ਜਾਏਂਗਾ, ਤੇਰੀ ਸਹਿਸੇ ਫਿਕਰ ਖਤਮ ਹੋ ਜਾਣਗੇ। ਹੁਣ ਜਾ ਕੇ ਸਿਮਰਨ ਨਹੀਂ ਕਰਦਾ, ਇਹ ਅਵਰ ਕਾਜ ਕਰਦਾ ਰਹਿੰਦਾ, ਕਿਉਂਕਿ ਇੱਕ ਤਾਂ ਕੰਮ ਸਾਨੂੰ ਕਰਨਾ ਹੀ ਪੈਣਾ। ਜਿਵੇਂ ਬੱਚਾ ਹੁੰਦਾ ਹੈ, ਉਹਨੂੰ ਮਾਂ ਪਿਓ ਕਹਿੰਦੇ ਬਈ ਤੂੰ ਵਿਹਲਾ ਨਹੀਂ ਰਹਿ ਸਕਦਾ, ਤੈਨੂੰ ਕੰਮ ਤਾਂ ਕਰਨਾ ਹੀ ਪੈਣਾ। ਜ਼ਿਆਦਾ ਤੂੰ ਘਰ ਦਾ ਕੰਮ ਕਰ, ਕੋਈ ਆਪਣਾ ਕੰਮ ਕਰ ਲਾ, ਜਾਂ ਤੂੰ ਬਾਹਰ ਕਿਸੇ ਦੇ ਹੋਰ ਕੰਮ 'ਤੇ ਲੱਗ ਜਾ, ਪਰ ਕੰਮ ਤਾਂ ਤੈਨੂੰ ਕਰਨਾ ਹੀ ਪੈਣਾ। ਇਸੇ ਤਰ੍ਹਾਂ ਹੀ ਹੁਣ ਜਦੋਂ ਅਸੀਂ ਇੱਥੇ ਸੰਸਾਰ 'ਚ ਆਉਂਦੇ, ਇਹਨੂੰ ਪਰਦੇਸ ਕਹਿੰਦੇ। ਆਪਾਂ ਪਰਦੇਸ ਦੇ ਵਿੱਚ ਆ ਗਏ, ਇੱਥੇ ਅਸੀਂ ਵਿਹਲੇ ਨਹੀਂ ਰਹਿ ਸਕਦੇ। ਜ਼ਿਆਦਾ ਹੁਣ ਅਸੀਂ ਆਪਦਾ ਘਰ ਦਾ ਕੰਮ ਕਰੀਏ। ਘਰ ਦਾ ਕੰਮ ਕੀ ਹੈ? ਸਿਮਰਨ। ਅਤੇ ਜੇ ਸਿਮਰਨ ਨਹੀਂ ਕਰਾਂਗੇ ਫਿਰ ਅਵਰ ਕਾਜ ਕਰਾਂਗੇ, ਫਿਰ ਉਹ ਕਰ ਲਓ। ਹੁਣ ਜੀਵ ਨੂੰ ਘਰ ਦਾ ਕੰਮ ਕਰਨਾ ਔਖਾ ਲੱਗਦਾ, ਅਵਰ ਕਾਜ ਕਰਨੇ ਸੌਖੇ ਲੱਗਦੇ। ਉਹ ਦਿਨ ਰਾਤ ਕੀਤੀ ਜਾਂਦਾ ਅਵਰ ਕਾਜ, ਵਿਚਾਰ ਲਈ ਜਾਂਦਾ ਫੁਰਨੇ ਲਈ, ਨਾਲੇ ਦੁਖੀ ਵੀ ਹੋਈ ਜਾਂਦਾ। ਇਹ ਨਹੀਂ ਵੀ ਅਵਰ ਕਾਜ ਦੇ ਵਿੱਚ ਕੋਈ ਸੁੱਖ ਹੈ, ਉਹਦੇ ਵਿੱਚ ਹੈ ਵੀ ਦੁੱਖ ਹੀ ਦੁੱਖ ਹੈ। ਉਹ ਕੀਤੀ ਵੀ ਜਾਂਦਾ ਹੈ, ਦੁਖੀ ਵੀ ਹੋਈ ਜਾਂਦਾ, ਅਤੇ ਉਹਨਾਂ ਨੂੰ ਛੱਡਦਾ ਵੀ ਨਹੀਂ। ਅਤੇ ਮਹਾਰਾਜ ਕਹਿੰਦੇ ਵੀ ਅਵਰ ਕਾਜ ਛੱਡ ਕੇ ਤੂੰ ਆਪਦਾ ਘਰ ਦਾ ਕੰਮ ਕਰ ਲਾ। ਜੇ ਤੂੰ ਘਰ ਦਾ ਕੰਮ ਕਰੇਂਗਾ ਤਾਂ ਤੈਨੂੰ ਸੁੱਖ ਮਿਲੇਗਾ, ਤੈਨੂੰ ਸ਼ਾਂਤੀ ਆਏਗੀ, ਤੂੰ ਆਪਦੇ ਘਰ ਆ ਜਾਏਗਾ। ਘਰ ਦਾ ਕੰਮ ਕਰਕੇ ਤੇਰੇ ਅੰਦਰ ਸਹਿਜ ਆ ਜਾਏਗਾ। ਜਦੋਂ ਤੂੰ ਸਹਿਜ ਵਿੱਚ ਆ ਗਿਆ, ਸਹਿਜ ਤੇਰਾ ਘਰ ਹੈ, ਅਤੇ ਸਹਿਜ 'ਚ ਗਿਆਨ ਨੂੰ ਸਾਨੂੰ ਸਾਡੇ ਮਨ ਦੀ ਖੁਰਾਕ ਅੰਮ੍ਰਿਤ ਵੀ ਮਿਲਣਾ। ਸਹਿਜ ਦੇ ਵਿੱਚ ਗਿਆਨ ਨੂੰ ਸਾਨੂੰ ਕੋਈ ਚਿੰਤਾ ਫਿਕਰ ਨਹੀਂ ਰਹਿਣਾ, ਸਾਡੇ ਉਹ ਵੀ ਸਾਰੇ ਖਤਮ ਹੋ ਜਾਣੇ। ਅਤੇ ਸਹਿਜ ਦੇ ਵਿੱਚ ਗਿਆਨ ਦਾ ਫਿਰ ਸਾਡੇ ਸਰੀਰ ਦਾ ਇਸਤੇਮਾਲ ਵੀ ਮਾਲਕ ਨੇ ਕਰਨਾ।
ਫਿਰ ਉਹਨੇ ਸਾਡੇ ਮੁਖ ਰਾਹੀਂ ਬੋਲਣਾ ਵੀ ਹੈ, ਸਾਡੀਆਂ ਇਹਨਾਂ ਨੇਤਰਾਂ ਦੁਆਰਾ ਉਹਨੇ ਦੇਖਣਾ ਵੀ ਹੈ। ਫਿਰ ਉਹਨੇ ਜੋ ਉਪਦੇਸ਼ ਸਾਨੂੰ ਕਰਨਾ ਚਾਹੁੰਦਾ, ਸਮਝਾਉਣਾ ਚਾਹੁੰਦਾ, ਫਿਰ ਉਹ ਇਸ ਸਰੀਰ ਰਾਹੀਂ ਗੁਰਮੁਖਾਂ ਦੇ ਮੁਖ ਰਾਹੀਂ ਬੋਲਦੀ। ਇਸ ਵਾਸਤੇ ਫਿਰ ਮਨ ਨੂੰ ਕਹਿੰਦੇ ਵੀ ਤੂੰ ਸਾਰੇ ਜਿਹੜੇ ਅਵਰ ਕਾਜ ਉਹਨੂੰ ਛੱਡ ਕੇ ਤੂੰ ਇੱਕੋ ਹੀ ਕਾਰਜ ਕਰ ਜਿਹੜਾ ਤੇਰਾ ਘਰ ਦਾ ਹੈ, ਆਪਦਾ। ਮਹਾਰਾਜ ਕਹਿੰਦੇ ਰਾਮ ਰਾਮ ਬੋਲ, ਰਾਮ ਰਾਮ ਤੇ ਆਗੋ ਮੰਨ ਕੇ ਸਗਲ ਕਾਮ। ਬਈ ਇੱਕ ਰਾਮ ਬੋਲ, ਵਾਹਿਗੁਰੂ ਬੋਲ, ਤੇ ਬਾਕੀ ਜਿਹੜੇ ਤੂੰ ਅਵਰ ਕਾਜ ਕਰਦਾ ਇਹ ਸਾਰੇ ਛੱਡ ਦੇ। ਵਿਚਾਰ ਫੁਰਨੇ ਜਿਹੜੇ ਤੂੰ ਲਈ ਜਾਂਦਾ ਇਹਨਾਂ ਨੂੰ ਛੱਡ ਦੇ, ਤੂੰ ਸਿਮਰਨ ਕਰ ਲੈ। ਹੁਣ ਇਹ ਇੱਕ ਤਾਂ ਸਾਨੂੰ ਕਰਨਾ ਹੀ ਪੈਣਾ, ਜਾਂ ਤਾਂ ਅਸੀਂ ਆਪਦਾ ਘਰ ਦਾ ਕੰਮ 'ਤੇ ਲੱਗ ਜਾਈਏ ਅਤੇ ਫਿਰ ਉਹਦੇ ਵਿੱਚ ਸੌਖ ਹੈ। ਜੇ ਨਹੀਂ ਕਰਦਾ ਕਰਾਂਗੇ ਤਾਂ ਅਵਰ ਕਾਜ ਤਾਂ ਫਿਰ ਕਰਾਂਗੇ, ਕਿਉਂਕਿ ਮਨ ਨੂੰ ਵਿਹਲਿਆਂ ਨਹੀਂ ਛੱਡਦੇ, ਮਨ ਵਿਹਲਾ ਨਹੀਂ ਰਹਿੰਦਾ। ਜਾਂ ਅਵਰ ਕਾਜ ਕਰੂ ਅਤੇ ਜਾਂ ਘਰ ਦਾ ਕੰਮ ਕਰੂ। ਇਹ ਹੁਣ ਮਨਸਰ ਸਾਡੇ ਉੱਤੇ ਹੈ ਵੀ ਅਸੀਂ ਅਵਰ ਕਾਜ ਕਰਨੇ ਕਿ ਜਾਂ ਅਸੀਂ ਆਪਣਾ ਨਿੱਜੀ ਕੰਮ ਕਰਨਾ, ਆਪਦਾ ਘਰ ਦਾ ਕਰਨਾ। ਜਿਹੜਾ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ ਅਸੀਂ ਉਹ ਕਰਨਾ ਹੈ ਕਿ ਜਾਂ ਅਸੀਂ ਅਵਰ ਕਾਜ ਕਰਨੇ ਨੇ। ਜੇ ਅਸੀਂ ਅਵਰ ਕਾਜ ਕਰਾਂਗੇ ਅਤੇ ਸਾਨੂੰ ਉਹਨਾਂ ਦਾ ਵੀ ਫਲ ਦੱਸੀ ਜਾਂਦੇ ਵੀ ਇਹ ਅਵਰ ਕਾਜ ਦੀ ਹੀ ਸਾਡੇ ਮਨ 'ਤੇ ਮੈਲ ਲੱਗ ਜਾਂਦੀ। ਇਹਨੂੰ ਹੀ ਕਹਿੰਦੇ ਕਰਮਾਂ ਦੀ ਮੈਲ, ਵਿਚਾਰਾਂ ਦੀ। ਕਰਮ ਕੀ ਹੈ? ਵਿਚਾਰ ਫੁਰਨੇ ਜਿਹੜੇ ਅਸੀਂ ਚਿੰਤਾਵਾਂ ਕਰਦੇ ਹਾਂ, ਸਹਿੰਸੇ ਫਿਕਰ ਕਰਦੇ ਹਾਂ, ਇਹ ਸਾਰੇ ਕਰਮ, ਇਹਨਾਂ ਕਰਮਾਂ ਦੀ ਸਾਡੇ ਮਨ ਦੇ ਉੱਤੇ ਮੈਲ ਚੜ੍ਹਦੀ। ਇਹਨਾਂ ਦੇ ਵਿੱਚ ਸਾਡਾ ਮਨ ਮੈਲਾ ਹੋ ਜਾਂਦਾ ਅਤੇ ਇਹ ਮੈਲ ਜਨਮ ਦਰ ਜਨਮ ਸਾਡੇ ਉੱਤੇ ਚੜ੍ਹਦੀ ਆ ਰਹੀ ਹੈ, ਉੱਤੇ ਦੀ ਉੱਤੇ। ਜਦੋਂ ਅਸੀਂ ਮਨ ਨੂੰ ਧੋਂਦੇ ਨਹੀਂ, ਉਹ ਇੱਕ ਜਨਮ ਤੋਂ ਨਾਲ ਅਗਲੇ ਜਨਮ 'ਚ ਜਦੋਂ ਅਸੀਂ ਜਾਂਦੇ ਉਹ ਨਾਲ ਹੀ ਮੈਲ ਗਾਂਹ ਚਲੀ ਜਾਂਦੀ। ਤਾਈਓ ਮਹਾਰਾਜ ਕਹਿੰਦੇ ਵੀ ਇਹ ਮਨ ਨੂੰ ਜਨਮ ਜਨਮ ਦੀ ਮੈਲ ਲੱਗ ਗਈ ਅਤੇ ਇਹ ਕਾਲਾ ਸ਼ਾਹ ਹੋ ਗਿਆ। ਰਮਾਉਂਦੇ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੁਆ ਸ਼ਾਹੂ। ਵੀ ਸ਼ਾਹ ਕਾਲਾ ਹੋ ਗਿਆ, ਹੈ ਤਾਂ ਜੋਤ ਸਰੂਪ ਪ੍ਰਕਾਸ਼ ਰੂਪ ਹੈ, ਪਰ ਜਦੋਂ ਇਹਦੇ 'ਤੇ ਅਵਰ ਕਾਜ ਦੀ ਮੈਲ ਲੱਗ ਗਈ ਇਹ ਕਾਲਾ ਹੋ ਗਿਆ, ਮੈਲ ਚੜ੍ਹ ਗਈ ਇਹਦੇ 'ਚ। ਹੁਣ ਸਾਨੂੰ ਫਿਰ ਗੁਰੂ ਨਾਨਕ ਦੇ ਘਰ ਨੇ ਸਮਝਾਇਆ ਵੀ ਜੇ ਮਨ ਸ਼ਾਹ ਕਾਲਾ ਵੀ ਹੋ ਗਿਆ ਤਾਂ ਵੀ ਧੋਤਾ ਜਾ ਸਕਦਾ, ਇਹ ਤਾਂ ਵੀ ਉਜਲ ਹੋ ਸਕਦਾ, ਇਹ ਨਿਰਮਲ ਹੋ ਸਕਦਾ ਜੇ ਹੁਣ ਅਸੀਂ ਗੁਰੂ ਦੀ ਦੱਸੀ ਹੋਈ ਕਾਰ ਕਰੀਏ। ਜਿਹਨੂੰ ਮਹਾਰਾਜ ਕਹਿੰਦੇ ਗੁਰ ਕਹੇ ਆਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਵੀ ਜੋ ਗੁਰੂ ਸਾਨੂੰ ਕਾਰ ਕਰਨ ਨੂੰ, ਕਰਮ ਕਰਨ ਨੂੰ ਕਹਿ ਰਿਹਾ ਵੀ ਉਹ ਕਰੋ, ਜੇ ਅਸੀਂ ਉਹ ਕਰਾਂਗੇ ਤਾਂ ਸਾਡੀ ਕਰਨੀ ਨਿਰਮਲ ਹੋ ਜਾਏਗੀ, ਸਾਡੇ ਮਨ ਦੀ ਮੈਲ ਉਤਰ ਜਾਏਗੀ। ਅਤੇ ਗੁਰੂ ਸਾਨੂੰ ਕਿਹੜੀ ਕਾਰ ਕਰਨ ਨੂੰ ਕਹਿ ਰਹੇ? ਉਹ ਕਹਿੰਦੇ ਸਿਮਰਨ ਕਰੋ, ਰਾਮ ਸਿਮਰ, ਰਾਮ ਸਿਮਰ ਇਹਾ ਤੇਰੇ ਕਾਜ ਹੈ। ਮਨ ਨੂੰ ਕਹਿੰਦੇ ਵੀ ਤੇਰਾ ਇਹੀ ਕਾਰਜ ਹੈ, ਤੂੰ ਪਰਮਾਤਮਾ ਦਾ ਸਿਮਰਨ ਕਰ। ਜੇ ਹੁਣ ਇਹ ਸਿਮਰਨ ਕਰੇਗਾ ਤਾਂ ਇਹਦੀ ਮੈਲ ਉਤਰ ਜਾਏਗੀ, ਇਹ ਨਿਰਮਲ ਹੋ ਜਾਏਗਾ। ਜਦੋਂ ਸਾਡੇ ਮਨ ਦੀ ਮੈਲ ਉਤਰ ਜਾਂਦੀ ਹੈ, ਨਿਰਮਲ ਹੋ ਜਾਂਦਾ, ਅਤੇ ਨਿਰਮਲ ਮਨ ਜਿਹੜਾ ਉਹ ਵੈਰਾਗੀ ਹੋ ਜਾਂਦਾ। ਇਹ ਨਿਰਮਲ ਮਨ ਦੀ ਨਿਸ਼ਾਨੀ, ਜਿਹੜੇ ਮਨ ਤੋਂ ਮੈਲ ਉਤਰ ਗਈ ਉਹਨੇ ਵੈਰਾਗੀ ਹੋ ਜਾਣਾ। ਜਦੋਂ ਮਨ ਵੈਰਾਗੀ ਹੋ ਜਾਂਦਾ ਅਤੇ ਮਾਇਆ ਨੂੰ ਛੱਡ ਦਿੰਦਾ। ਮਾਇਆ ਕੀ ਹੈ? ਵਿਚਾਰ ਫੁਰਨੇ। ਜਦ ਤੱਕ ਉਹਨੇ ਵੈਰਾਗੀ ਨਹੀਂ, ਉਹਨਾਂ ਸਮਾਂ ਇਹ ਮਾਇਆ ਨੂੰ ਛੱਡ ਦੇਣ। ਸਤਿਗੁਰੂ ਕਹਿੰਦੇ ਬਿਨ ਵਿਰਾਗ ਨੇ ਛੂਟ ਸਮਾਇਆ, ਕਿ ਜਦ ਤੱਕ ਸਾਡੇ ਅੰਦਰ ਵਿਰਾਗ ਨਹੀਂ ਮਾਲਕ ਨੂੰ ਮਿਲਣ ਦਾ, ਪਰਮਾਤਮਾ ਦੇ ਵਿਛੋੜੇ ਦਾ ਅਸੀਂ ਦੁੱਖ ਹੀ ਨਹੀਂ ਮਹਿਸੂਸ ਕਰਦੇ, ਅਤੇ ਉਹਨਾਂ ਸਮਾਂ ਇਹ ਮਾਇਆ ਨੂੰ ਛੱਡਦਾ ਹੀ ਨਹੀਂ। ਹੁਣ ਇਹ ਦੁੱਖ ਫੇਰ ਮਹਿਸੂਸ ਕਰੇਗਾ ਜਦੋਂ ਇਹ ਨਿਰਮਲ ਹੋਏਗਾ, ਅਤੇ ਨਿਰਮਲ ਫੇਰ ਹੋਏਗਾ ਜੇ ਇਹ ਸਿਮਰਨ ਕਰੇਗਾ, ਸਤ ਸੰਗਤ ਕਰੇਗਾ। ਜਦੋਂ ਮਨ ਨਿਰਮਲ ਹੋਏਗਾ ਫਿਰ ਇਹ ਵਿਰਾਗੀ ਹੁੰਦਾ। ਜਦੋਂ ਇਹ ਵਿਰਾਗੀ ਹੋ ਜਾਂਦਾ ਹੈ
ਫਿਰ ਇਹਦਾ ਵਿਰਾਗ ਕਿਸੇ ਸੰਸਾਰੀ ਪਦਾਰਥ ਖਾਤਰ ਨਹੀਂ ਹੁੰਦਾ, ਕੋਈ ਸੰਸਾਰ ਦੀ ਮੰਗ ਨਹੀਂ ਹੁੰਦੀ ਵਿੱਚ। ਸਿਰਫ ਉਹ ਵਿਰਾਗ ਹੈ ਪਰਮਾਤਮਾ ਦੇ ਵਿਛੋੜੇ ਦਾ, ਵੀ ਕਿਹੜਾ ਸਮਾਂ ਹੋਵੇ ਮਾਲਕ ਦੇ ਨਾਲ ਸਾਡਾ ਮਿਲਾਪ ਹੋ ਜੀ। ਫਿਰ ਉਹ ਜਦੋਂ ਗੁਰਮੁਖਾਂ ਦਾ ਮਨ ਵਿਰਾਗੀ ਹੋ ਗਿਆ, ਇਸੇ ਫਿਰ ਬਹੁਤ ਵਿਰਾਗ ਦਿਖਾਇਆ ਗੁਰਬਾਣੀ 'ਚ, ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ, ਸੰਤਾਂ ਨੇ। ਬਈ ਜਿਹੜਾ ਵਿਰਾਗ ਹੈ ਉਹ ਵਿਰਾਗ ਦੀਆਂ ਵੀ ਸਟੇਜਾਂ। ਇੱਕ ਤਾਂ ਵਿਰਾਗ ਹੁੰਦਾ ਹੈ ਵੀ ਜਦੋਂ ਅਸੀਂ ਥੋੜ੍ਹਾ ਜਿਹਾ ਸਿਮਰਨ ਕਰਦੇ ਹਾਂ ਜਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਕਈ ਵਾਰ ਸਾਡੀਆਂ ਅੱਖਾਂ ਦੇ ਵਿੱਚ ਪਾਣੀ ਆਉਣ ਲੱਗ ਜਾਂਦਾ, ਵੀ ਉਹ ਆਪ ਮਹਾਰੀ ਸਾਡੇ ਉਹ ਪਾਣੀ ਨਿਕਲੀ ਜਾਂਦਾ, ਡਿੱਗੀ ਜਾਂਦਾ। ਉਹ ਥੋੜ੍ਹਾ ਜਿਹਾ ਵਿਰਾਗ ਹੁੰਦਾ ਸੀ। ਉਹ ਪਹਿਲੀ ਸਟੇਜ ਦਾ ਵਿਰਾਗ ਹੁੰਦਾ ਵੀ ਜਿਵੇਂ ਦੁੱਧ ਹੁੰਦਾ, ਉਹਨੂੰ ਉਬਾਲਾ ਹੁੰਦਾ ਹੈ, ਉਹ ਉੱਪਰ ਆਇਆ ਅਤੇ ਉਹ ਫਿਰ ਥੱਲੇ ਬੈਠ ਗਏ। ਉਹ ਥੋੜ੍ਹੇ ਸਮੇਂ ਦਾ ਵਿਰਾਗ ਹੈ, ਆਰਜੀ, ਪੱਕਾ ਨਹੀਂ। ਕੁਝ ਥੋੜ੍ਹੇ ਜਿਹੇ ਦੁੱਧ ਵਾਂਗੂ ਉਬਾਲਾ ਆਇਆ, ਥੋੜ੍ਹਾ ਜਿਹਾ ਵਿਰਾਗ ਆਇਆ, ਥੋੜ੍ਹਾ ਜਿਹਾ ਅਸੀਂ ਰੋਏ, ਅਤੇ ਫਿਰ ਜਦੋਂ ਮਨ ਵਿਚਾਰਾਂ 'ਚ ਆ ਗਿਆ ਉਹ ਫਿਰ ਭੁੱਲ ਗਿਆ ਅਤੇ ਉਹ ਫਿਰ ਬੰਦ ਹੋ ਗਿਆ ਵਿਰਾਗ। ਉਹ ਪਹਿਲੀ ਸਟੇਜ ਦਾ ਵਿਰਾਗ। ਹੁਣ ਉਹ ਸਾਨੂੰ ਉਦੋਂ ਆਉਂਦਾ ਜਦੋਂ ਅਸੀਂ ਸਿਮਰਨ ਕਰਨਾ ਸ਼ੁਰੂ ਕਰਦੇ ਹਾਂ, ਸਤ ਸੰਗਤ ਕਰਦੇ ਹਾਂ। ਉਹ ਕਈ ਵਾਰੀ ਸਹਿਜ ਸੁਭਾਈ ਸਾਡਾ ਮਨ ਉਹ ਵਿਰਾਗੀ ਹੋ ਜਾਂਦਾ। ਹੁਣ ਉਹ ਵਿਰਾਗ ਹੈ ਜਿਹੜਾ ਉਹ ਪਹਿਲੀ ਸਟੇਜ ਦਾ, ਉਹ ਸਦਾ ਨਹੀਂ ਰਹਿੰਦਾ। ਜਦੋਂ ਫਿਰ ਅਸੀਂ ਲਗਾਤਾਰ ਅਭਿਆਸ ਕੀਤੀ ਜਾਂਦੇ, ਸਿਮਰਨ ਕੀਤੀ ਜਾਂਦੇ, ਸੰਗਤ ਕੀਤੀ ਜਾਂਦੇ, ਸਾਨੂੰ ਉਹ ਦਰ ਦਾ ਭੇਤ ਆ ਜਾਂਦਾ ਵੀ ਜਿੱਥੇ ਮਾਲਕ ਸਾਨੂੰ ਬੈਠ ਕੇ ਦੇਖ ਰਹੀ ਹੈ, ਸਾਰੀ ਸ੍ਰਿਸ਼ਟੀ ਦੀ ਪਾਲਣਾ ਪੋਸ਼ਣਾ ਕਰਦਾ, ਉਹ ਜਿਹੜਾ ਦਰ ਹੈ ਜਿੱਥੇ ਬੈਠ ਕੇ ਮਾਲਕ ਸਾਨੂੰ ਦੇਖਦਾ, ਜਿੱਥੇ ਅਨਹਦ ਬਾਣੀ ਚੱਲਦੀ, ਅਨਹਦ ਵਾਜੀ ਵੱਜਦੀ, ਜਿਹਨੂੰ ਮਾਰੇ ਕਹਿੰਦੇ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਵੇ ਸਰਬ ਸੰਭਾਲੇ, ਬਾਜੇ ਨਾਦ ਅਨੇਕ ਸੰਖਾਂ ਕੀਤੇ ਬਾਵਨ ਹਾਰੀ। ਜਦੋਂ ਅਸੀਂ ਉਹ ਦਰ ਦੇ ਉੱਤੇ ਚਲੇ ਜਾਂਦੇ, ਦਰ ਦੇ ਉੱਤੇ ਬੈਠ ਕੇ ਸਾਡਾ ਮਨ ਆਸਣ ਲਾ ਲੈਂਦਾ, ਉੱਥੇ ਜਾ ਕੇ ਉੱਥੇ ਅਸੀਂ ਬੈਠ ਜਾਂਦੇ ਹਾਂ, ਦਰ 'ਤੇ ਬੈਠੇ ਰਹਿੰਦੇ, ਆਵਾਜ਼ ਦਿੱਤੀ ਜਾਂਦੀ ਬਈ ਕਦੋਂ ਮਾਲਕ ਦਰ ਖੋਲ੍ਹੇ ਅਤੇ ਦਰ ਖੋਲ੍ਹ ਕੇ ਅੰਦਰ ਬੁਲਾਵੇ। ਉੱਥੇ ਜਦੋਂ ਮਾਲਕ ਨਹੀਂ ਦਰ ਖੋਲ੍ਹਦੇ, ਨਹੀਂ ਬੁਲਾਉਂਦੇ, ਉੱਥੇ ਫਿਰ ਸਾਡਾ ਮਨ ਵਿਰਾਗੀ ਹੋ ਜਾਂਦਾ। ਉਹ ਦੂਜੀ ਸਟੇਜ ਦਾ ਵਿਰਾਗ। ਉੱਥੇ ਮਨ ਬੈਠਾ ਵਿਰਾਗੀ ਹੋਇਆ ਹੋਇਆ, ਉੱਥੇ ਜ਼ਰੂਰੀ ਨਹੀਂ ਵੀ ਆਪਣੀ ਅੱਖਾਂ 'ਚੋਂ ਪਾਣੀ ਆਉਂਦਾ, ਕਿਉਂਕਿ ਉੱਥੇ ਮਨ ਦਾ ਵਿਰਾਗ ਹੈ। ਆਹ ਸਰੀਰ ਤੋਂ ਅਸੀਂ ਉੱਪਰ ਉੱਠ ਜਾਂਦੇ, ਅਸੀਂ ਇਹ ਜਿਹੜੀਆਂ ਅੱਖਾਂ ਇਹਨਾਂ ਨੂੰ ਛੱਡ ਦਿੰਦੇ ਹਾਂ। ਉੱਥੇ ਮਨ ਸਾਡੀ ਸੁਰਤੀ ਨੇ ਬੈਠਣਾ, ਸੂਖਮ। ਉੱਥੇ ਜਦੋਂ ਮਨ ਬੈਠਦਾ ਹੈ, ਜਦੋਂ ਮਾਲਕ ਨਹੀਂ ਦਰ ਖੋਲ੍ਹਦਾ, ਫਿਰ ਉੱਥੇ ਮਨ ਵਿਰਾਗੀ ਹੋ ਜਾਂਦਾ। ਮਨ ਦਾ ਜਿਹੜਾ ਵਿਰਾਗ, ਉਹ ਫਿਰ ਦਰ ਜਦ ਤੱਕ ਮਾਲਕ ਖੋਲ੍ਹਦਾ ਨਹੀਂ, ਉਹ ਉੱਥੇ ਫਿਰ ਵਿਰਾਗੀ ਰਹਿੰਦਾ ਉਹਨਾਂ ਸੋ। ਵੀ ਕਿਹੜਾ ਸਮਾਂ ਹੋਵੇ, ਕਦੋਂ ਮਾਲਕ ਦਰ ਖੋਲ੍ਹੇ, ਕਦੋਂ ਬੁਲਾਵੇ। ਜਦੋਂ ਨਹੀਂ ਬੁਲਾਉਂਦੇ ਤਾਂ ਉੱਥੇ ਵਿਰਾਗੀ ਹੋਇਆ ਮਨ ਬੈਠੇ, ਉਹ ਦੂਜੀ ਸਟੇਜ ਦਾ ਵਿਰਾਗ ਹੈ। ਜਿਵੇਂ ਬਾਬਾ ਕਬੀਰ ਜੀ ਬਹੁਤ ਸਮਾਂ ਉੱਥੇ ਬੈਠੇ ਰਹੇ ਦਰ ਦੇ ਉੱਤੇ, ਮਾਲਕ ਨੇ ਦਰ ਹੀ ਨਾ ਖੋਲ੍ਹੇ, ਬੁਲਾਇਆ ਹੀ ਨਹੀਂ। ਹੁਣ ਉੱਥੇ ਜਿਹੜਾ ਮਨ ਸਾਡਾ ਪੂਰਾ ਨਿਰਮਲ ਹੋ ਜਾਂਦਾ, ਉੱਥੇ ਕੋਈ ਵਿਚਾਰ ਨਹੀਂ ਆਉਂਦਾ, ਮਾਇਆ ਤੋਂ ਨਿਰਲੇਪ ਹੋ ਜਾਂਦਾ। ਉੱਥੇ ਮਾਇਆ ਥੱਲੇ ਰਹਿ ਜਾਂਦੀ, ਵਿਚਾਰ ਅਸੀਂ ਮਾਇਆ ਤੋਂ ਉੱਪਰ ਉੱਠ ਕੇ ਬੈਠ ਜਾਂਦੇ ਉੱਥੇ। ਜਦੋਂ ਬਾਬਾ ਕਬੀਰ ਜੀ ਬਹੁਤ ਸਮਾਂ ਉੱਥੇ ਬੈਠੇ ਰਹੇ, ਮਾਲਕ ਨੇ ਦਰ ਹੀ ਨਾ ਖੋਲ੍ਹੇ, ਬੁਲਾਇਆ ਹੀ ਨਾ ਉਹਨਾਂ ਨੂੰ, ਅਤੇ ਉਹਨਾਂ ਦੇ ਮਨ 'ਚ ਥੋੜ੍ਹਾ ਜਿਹਾ ਰੋਸ ਆਏ ਬਈ ਮਾਤਾ ਪਿਤਾ ਹੈ, ਵੀ ਬੁਲਾਉਂਦੇ ਕਿਉਂ ਨਹੀਂ, ਇੰਨਾ ਸਮਾਂ ਹੋ ਗਿਆ ਬੈਠਿਆਂ ਨੂੰ। ਜਦੋਂ ਮਨ 'ਚ ਰੋਸ ਆਇਆ, ਉੱਥੋਂ ਉੱਠ ਕੇ ਤੁਰ ਪਈ ਵੀ ਹੁਣ ਜੇ ਨਹੀਂ ਬੁਲਾਉਂਦੇ ਤਾਂ ਚੱਲੀਏ। ਅਤੇ ਮਾਲਕ ਅੰਦਰ ਦੇਖ ਰਿਹਾ ਬੈਠ ਕੇ ਮਹਿਲ ਦੇ ਵਿੱਚ ਵੀ ਬੱਚਾ ਬੈਠਾ ਦਰ 'ਤੇ, ਅਤੇ ਹੁਣ ਉੱਠ ਕੇ ਚੱਲੀ। ਜਦੋਂ ਉੱਠੇ ਅਤੇ ਮਾਲਕ ਨੇ ਦਰ ਖੋਲ੍ਹ ਦਿੱਤਾ, ਉਹ ਮੁੜੇ ਨਹੀਂ ਵਾਪਸ। ਅਤੇ ਮਾਲਕ ਨੇ ਫਿਰ ਉਹਨਾਂ ਦਾ ਆਵਾਜ਼ ਲੈ ਕੇ, ਨਾਮ ਲੈ ਕੇ, ਫਿਰ ਉਹਨਾਂ ਨੂੰ ਆਵਾਜ਼ਾਂ ਮਾਰੀਆਂ ਵੀ ਕਬੀਰ ਅੰਦਰ ਆ ਜਾ।
ਉਸੇ ਫਿਰ ਬਾਬਾ ਕਬੀਰ ਜੀ ਦੱਸਦੇ ਵੀ ਕਿੰਨਾ ਮਨ ਨਿਰਮਲ ਹੋ ਜਾਂਦਾ। ਕਹਿੰਦੇ ਵੀ ਜਿਵੇਂ ਗੰਗਾ ਦਾ ਨੀਰ ਉਦਾਹਰਨ ਦਿੱਤੀ ਪਾਣੀ ਦੀ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੇ ਹਰ ਫੇਰੇ ਕਹਿਤ ਕਬੀਰ ਕਬੀਰ। ਵੀ ਮਾਲਕ ਪਿੱਛੇ ਗਿਆ ਉਹਨਾਂ ਦੇ, ਤੇ ਉਹਨਾਂ ਦੇ ਨਾਂ ਲੈ ਕੇ ਆਵਾਜ਼ਾਂ ਮਾਰਦਾ ਵੀ ਕਬੀਰ ਅੰਦਰ ਆ ਜਾ। ਹੁਣ ਇਹ ਜਿਹੜਾ ਵਿਰਾਗ ਫਿਰ ਇਹ ਦੂਜੀ ਸਟੇਜ ਦਾ ਵਿਰਾਗ ਹੈ ਵੀ ਜਦੋਂ ਸਾਡਾ ਮਨ ਉਹ ਦਰ ਦੇ ਉੱਤੇ ਜਾ ਕੇ ਬੈਠ ਜਾਂਦੀ। ਫਿਰ ਜਦੋਂ ਅੰਦਰ ਬੁਲਾ ਲੈਂਦੇ ਉਹ ਤੀਜੀ ਸਟੇਜ ਦਾ ਵਿਰਾਗ ਵੀ ਇੰਨੇ ਲੰਮੇ ਸਮੇਂ ਬਾਅਦ ਵਿਛੜੇ ਹੋਏ ਫਿਰ ਮਿਲੇ, ਉਹ ਖੁਸ਼ੀ ਦਾ ਵਿਰਾਗ ਹੁੰਦਾ। ਬਈ ਜਦੋਂ ਅਸੀਂ ਸਤਿਗੁਰ ਨੂੰ ਮਿਲਦੇ ਹਾਂ, ਮਾਲਕ ਨੂੰ, ਮਾਲਕ ਬੈਠੇ ਮਨ ਵੀ ਬੈਠੇ, ਫਿਰ ਉੱਥੇ ਖੁਸ਼ੀ ਦਾ ਵਿਰਾਗ ਵੀ ਕਿੰਨੇ ਲੰਮੇ ਸਮੇਂ ਬਾਅਦ, ਕਿੰਨਿਆਂ ਜਨਮਾਂ ਬਾਅਦ ਵਿਛੋੜਾ ਪਿਆ ਹੋਇਆ ਫਿਰ ਮਿਲੇ। ਉੱਥੇ ਖੁਸ਼ੀ ਵੀ ਹੁੰਦੀ ਅਤੇ ਵਿਰਾਗ ਵੀ ਮਨ ਕਰਦਾ। ਉਹ ਫਿਰ ਇੱਧਰੋਂ ਲਾਸਟ ਵਿਰਾਗ ਹੈ ਤੀਜੀ ਸਟੇਜ ਦਾ। ਫਿਰ ਉਹ ਤੋਂ ਬਾਅਦ 'ਚੋਂ ਇੱਧਰ ਵਿਰਾਗ ਖਤਮ ਹੋ ਜਾਂਦਾ। ਫਿਰ ਹੋਰ ਕੋਈ ਵਿਰਾਗ ਨਹੀਂ ਰਹਿੰਦਾ, ਕਿਉਂਕਿ ਜਿਹਨੂੰ ਮਾਲਕ ਨੂੰ ਮਿਲਣਾ ਸੀ ਉਹਨੂੰ ਮਿਲਾਪ ਦਾ ਵਿਰਾਗ ਸੀ, ਅਤੇ ਮਿਲਾਪ ਹੋ ਗਿਆ। ਅਤੇ ਫਿਰ ਚੌਥੀ ਸਟੇਜ ਦਾ ਵਿਰਾਗ ਜਦੋਂ ਗੁਰਮੁਖ ਦੇਹ ਨੂੰ ਛੱਡ ਕੇ ਜਾਂਦੇ, ਜਦੋਂ ਇਹ ਸਰੀਰ ਨੂੰ ਛੱਡ ਕੇ ਜਾਂਦੇ, ਮਾਲਕ ਆਪ ਦਰਗਾਹ 'ਚ ਇੰਤਜ਼ਾਰ ਕਰ ਰਿਹਾ ਵੀ ਮੇਰਾ ਬੱਚਾ ਖੇਲ ਨੂੰ ਜਿੱਤ ਕੇ ਆ ਰਿਹਾ। ਜਦੋਂ ਗੁਰਮੁਖ ਜਾਂਦੇ, ਮਾਲਕ ਉਹਨਾਂ ਨੂੰ ਜਾਣ ਸਾਰੀ ਗੱਲ ਨਾਲ ਲਾ ਲੈਂਦਾ ਅਤੇ ਉਹਨਾਂ ਨੂੰ ਸ਼ਾਬਾਸ਼ ਦਿੰਦਾ ਅਤੇ ਕਹਿੰਦਾ ਤੁਸੀਂ ਧੰਨ ਹੋ ਜੋ ਤੁਸੀਂ ਇਹ ਖੇਲ ਨੂੰ ਜਿੱਤ ਕੇ ਆਏ। ਕਿਵੇਂ ਮਹਾਰਾਜ ਉਹਨਾਂ ਨੂੰ ਗੱਲ ਨਾਲ ਲਾਉਂਦਾ, ਕਿਵੇਂ ਸ਼ਾਬਾਸ਼ ਦਿੰਦਾ। ਸਤਿਗੁਰੂ ਗੁਰਬਾਣੀ 'ਚ ਫਰਮਾਉਂਦੇ ਜੋ ਜਨ ਹਰ ਪ੍ਰਭ ਹਰ ਹਰ ਸ਼ਰਨ, ਤੈਨ ਦਰਗੇ ਹਰ ਹਰ ਦੇ ਵਡਿਆਈ। ਧੰਨ ਧੰਨ ਸ਼ਾਬਾਸ਼ ਕਹੇ ਪ੍ਰਭ ਜਨ ਕੋ, ਜਨ ਨਾਨਕ ਮੇਲ ਲਏ ਗੱਲ ਆਈ। ਬਈ ਜਦੋਂ ਗੁਰਮੁਖਾਂ ਨੂੰ ਗੱਲ ਨਾਲ ਲਾਉਂਦੇ ਅਤੇ ਇੱਥੇ ਗੁਰਮੁਖ ਵਿਰਾਗੀ ਹੋ ਜਾਂਦੇ। ਅਤੇ ਮਾਲਕ ਉਹਨਾਂ ਤੋਂ ਪੁੱਛਦੇ ਵੀ ਰਾਹ ਵਿੱਚ ਆਉਂਦੇ ਹੋਏ ਕੋਈ ਰੁਕਾਵਟ ਤਾਂ ਨਹੀਂ ਆਈ, ਵੀ ਹੁਣ ਕਾਹਤੋਂ ਵਿਰਾਗ ਆ ਰਹੀ ਹੈ। ਫਿਰ ਇੱਥੇ ਗੁਰਮੁਖ ਦੱਸਦੇ ਵੀ ਸਾਨੂੰ ਰਸਤੇ 'ਚ ਰੁਕਾਵਟ ਤਾਂ ਕੋਈ ਨਹੀਂ ਆਈ, ਪਰ ਉਹ ਜਦੋਂ ਜਾਂਦੇ ਨਾਦ ਦੇ ਵਿੱਚ ਸਮਾ ਕੇ ਉਹ ਥੱਲੇ ਜਿਹੜਾ ਜੀਵਾਂ ਨੂੰ ਭਵ ਸਾਗਰ ਦੇ ਵਿੱਚ ਸਜ਼ਾ ਦਿੱਤੀ ਜਾਂਦੀ, ਉਹ ਸਾਨੂੰ ਥੱਲੇ ਦਿਸਦਾ ਨਜ਼ਰ ਆਉਂਦਾ ਹੈ। ਜਦੋਂ ਗੁਰਮੁਖ ਉੱਪਰ ਦੀ ਜਾ ਰਹੇ ਨਾਦ ਦੇ ਵਿੱਚ ਸਮਾ ਕੇ, ਅਤੇ ਉਹ ਜਿਹੜਾ ਭਵ ਸਾਗਰ ਉਹ ਥੱਲੇ ਰਹਿ ਜਾਂਦਾ, ਜਿੱਥੇ ਜੀਵਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਮਨਮੁੱਖਾਂ ਨੂੰ, ਜਿੱਥੇ ਉਹਨਾਂ ਨੂੰ ਪਾਣੀ 'ਚ ਉਬਾਲਿਆ ਜਾ ਰਿਹਾ, ਅਗਨ ਦੇ ਵਿੱਚ ਸਾੜਿਆ ਜਾ ਰਿਹਾ। ਉੱਥੇ ਹਾਹਾਕਾਰ ਮੱਚੀ, ਕਲਾਟਾਂ ਪੈਂਦੀਆਂ, ਚੀਕਾਂ, ਜਾਮਨੇ ਜਿਹੜੇ ਉਹਨਾਂ ਨੂੰ ਤਸ਼ੱਦਦ ਕਰਦੇ, ਕੁੱਟਦੇ, ਮਾਰਦੇ। ਕੋਈ ਉਹਨਾਂ ਨੂੰ ਉੱਥੇ ਛਡਾਉਣ ਵਾਲਾ ਨਹੀਂ, ਕੋਈ ਉਹਨਾਂ ਦੀ ਕੂਕ ਪੁਕਾਰ ਨਹੀਂ ਸੁਣਦਾ ਉੱਥੇ। ਉਹ ਗੁਰਮੁਖ ਸਾਰਾ ਸੀਨ ਦੇਖਦੇ ਜਾ ਰਹੇ ਉੱਪਰੋਂ, ਉਹ ਨਜ਼ਰ ਆਉਂਦਾ ਉਹਨਾਂ ਨੂੰ। ਅਤੇ ਉਹ ਫਿਰ ਮਾਲਕ ਨੂੰ ਕਹਿੰਦੇ ਵੀ ਮੈਨੂੰ ਵਿਰਾਗ ਇਸ ਕਰਕੇ ਆਇਆ ਵੀ ਮੈਂ ਉਹ ਰਸਤੇ ਵਿੱਚ ਸੀਨ ਦੇਖਦਾ ਆ ਰਿਹਾ ਸਾਰਾ। ਬਈ ਜੇ ਤੁਸੀਂ ਮੇਰੇ 'ਤੇ ਕਿਰਪਾ ਦ੍ਰਿਸ਼ਟੀ ਨਾ ਕਰਦੇ, ਮੇਰੇ 'ਤੇ ਮਿਹਰ ਦੀ ਨਜ਼ਰ ਨਾ ਕਰਦੀ, ਮੈਨੂੰ ਤੁਸੀਂ ਆਪਣਾ ਆਪਾ ਨਾ ਜਣਾਉਂਦੇ, ਮੈਨੂੰ ਨਾਮ ਦਾ ਭੇਤ ਦਿੰਦੇ, ਅਤੇ ਅੱਜ ਮੇਰੀ ਵੀ ਉਹੀਓ ਹਾਲਤ ਹੋਣੀ ਸੀ ਜਿਹੜੀ ਮੈਂ ਰਸਤੇ 'ਚ ਦੇਖਦਾ ਆ ਰਹੀ। ਇਸ ਕਰਕੇ ਮੈਨੂੰ ਵਿਰਾਗ ਆਇਆ ਵੀ ਤੁਸੀਂ ਮੇਰੀ ਇੱਜ਼ਤ ਪੱਤ ਰੱਖ ਲਈ। ਅਤੇ ਇੱਥੇ ਫਿਰ ਗੁਰਮੁਖਾਂ ਨੇ ਆਖਿਆ ਪ੍ਰੇਮ ਪਟੋਲਾ ਤੈ ਸਿਉ ਦਿੱਤਾ, ਢੱਕਣ ਕੂਪਤ ਮੇਰੀ, ਦਾਨਾ ਬੀਨਾ ਸਾਈਂ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਬਈ ਤੁਸੀਂ ਜਿਹੜਾ ਸਾਨੂੰ ਪ੍ਰੇਮ ਦਾ ਨਜ਼ਰਾਨਾ ਦਿੱਤਾ, ਵੀ ਜਦੋਂ ਅਸੀਂ ਇਹ ਮਾਰਗ 'ਤੇ ਚੱਲੇ, ਸਾਡਾ ਕੋਈ ਵਿੱਚ ਸਵਾਰਥ ਨਹੀਂ ਸੀ ਮਾਇਆ ਦਾ, ਬਈ ਅਸੀਂ ਵਿੱਚ ਕੋਈ ਹੋਰ ਸੰਸਾਰੀ ਸਵਾਰਥ ਨਹੀਂ ਰੱਖੇ, ਸਿਰਫ ਪ੍ਰੇਮ ਸੀ। ਬਈ ਤੈਨੂੰ ਮਿਲਣਾ ਚਾਹੁੰਦੇ, ਇਸ ਕਰਕੇ ਤੇਰਾ ਸਿਮਰਨ ਕਰਦੇ ਸੀ, ਇਸ ਕਰਕੇ ਸਤਸੰਗਤ ਕਰਦੇ ਸੀ, ਇਸ ਮਾਰਗ 'ਤੇ ਚੱਲੇ ਸੀ। ਅਤੇ ਤੁਸੀਂ ਸਾਨੂੰ ਉਹ ਪ੍ਰੇਮ ਦਾ ਨਜ਼ਰਾਨਾ ਜਿਹੜਾ ਦਿੱਤਾ, ਵੀ ਸਾਨੂੰ ਜਿਹੜਾ ਤੁਸੀਂ ਇਹ ਕੱਪੜਾ ਦਿੱਤਾ ਵੀ ਸਾਨੂੰ ਨੰਗਿਆ ਨਹੀਂ ਹੋਣ ਦਿੱਤਾ,
ਵੀ ਨਹੀਂ ਤਾਂ ਜਾਮਾਂ ਨੇ ਨੰਗਿਆਂ ਕਰਕੇ ਲੈ ਕੇ ਜਾਣਾ ਸੀ, ਘੁੱਟਦੇ ਮਾਰਦੇ ਹੋਏ ਲੈ ਕੇ ਜਾਣਾ ਸੀ। ਅਤੇ ਤੁਸੀਂ ਉਹ ਪ੍ਰੇਮ ਦੇ ਬਦਲੇ ਫਿਰ ਸਾਨੂੰ ਇਹ ਜਿਹੜੀ ਸਾਡੀ ਇੱਜ਼ਤ ਪੱਤ ਢੱਕ ਲਈ। ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੋ ਪਤ ਮੇਰੀ, ਵੀ ਇਹ ਪ੍ਰੇਮ ਦਾ ਨਜ਼ਰਾਨਾ ਤੁਹਾਡਾ। ਸੋ ਇਸ ਵਾਸਤੇ ਫਿਰ ਇਹ ਹੈ ਮਨ ਦੀ ਅਵਸਥਾ, ਵਿਰਾਗ ਦੀਆਂ ਸਟੇਜਾਂ ਜੋ ਸਾਨੂੰ ਗੁਰਬਾਣੀ ਗੁਰੂ 'ਚ ਦੱਸੀਆਂ ਨੇ। ਹੁਣ ਆਪਾਂ ਨੂੰ ਕਹਿੰਦੇ ਵੀ ਮਨ ਵਿਰਾਗੀ ਫੇਰ ਹੀ ਹੋਏਗਾ ਜੇ ਨਿਰਮਲ ਹੋਏਗਾ। ਜੇ ਮੈਲਾ ਹੈ ਫਿਰ ਮੈਲਾ ਮਨ ਮਾਲਕ ਨੇ ਨਹੀਂ ਵਿਰਾਗ ਕਰਦਾ, ਫਿਰ ਰੋਂਦਾ ਵੀ ਅਤੇ ਮਾਇਆ ਨੂੰ ਰੋਂਦਾ। ਸੰਸਾਰ ਦੇ ਵਿੱਚ ਜਿਵੇਂ ਜਿਹੜਾ ਰੋਣਾ ਨਾ ਉਹ ਮਾਇਆ ਨੂੰ ਰੋਂਦੇ ਜੀਵ, ਉੱਦਾਂ ਪਰਮਾਤਮਾ ਨੂੰ ਥੋੜ੍ਹੀ ਰੋਂਦੇ ਨੇ। ਜਿਵੇਂ ਸੰਸਾਰ ਦੇ ਵਿੱਚ ਕੋਈ ਜੀਵ ਜਾਂਦਾ ਵੀ ਉਹ ਝੂਠਾ ਹੀ ਰੋਂਦੇ, ਮਾਇਆ ਨੂੰ ਰੋਂਦੇ, ਕਿਉਂਕਿ ਜਿਹੜਾ ਅੰਦਰ ਵੱਸਦਾ ਸੀ ਉਹਦੇ ਨਾਲ ਤਾਂ ਪ੍ਰੇਮ ਹੈ ਹੀ ਨਹੀਂ ਸੀ। ਜੇ ਉਹਦੇ ਨਾਲ ਪ੍ਰੇਮ ਹੁੰਦਾ ਤਾਂ ਉਹਨੂੰ ਜਾਣਦੇ ਵੀ ਉਹ ਹੈ ਕੌਣ ਹੈ, ਕਿੱਥੇ ਗਿਆ ਹੁਣ, ਫਿਰ ਉਹਦਾ ਪਿੱਛਾ ਕਰਦੇ, ਉਹਨੂੰ ਲੱਭਦੇ। ਪਰ ਮਹਾਰਾਜ ਕਹਿੰਦੇ ਵੀ ਝੂਠਾ ਰੋਂਦੇ, ਮਾਇਆ ਨੂੰ ਰੋਂਦੇ, ਸਰੀਰ ਨੂੰ ਰੋਂਦੇ ਜਾਂ ਕਰਮ ਨੂੰ ਰੋਂਦੇ। ਜਿਹਨੂੰ ਮਹਾਰਾਜ ਕਹਿੰਦੇ ਝੂਠਾ ਰੁਦਨ ਹੋਆ ਦਿਵਾਲੇ ਖਿਨਵੇਂ ਭਇਆ ਪਰਾਇਆ, ਵੀ ਖਿਨ 'ਚ ਜੀ ਪਰਾਇਆ ਹੋ ਜਾਂਦਾ ਅਤੇ ਝੂਠਾ ਹੀ ਰੋਈ ਜਾਂਦੇ ਮਗਰੋਂ ਮਾਇਆ ਨੂੰ। ਇਸ ਵਾਸਤੇ ਜਿਹੜਾ ਇੱਕ ਤਾਂ ਹੈ ਮਾਇਆ ਦਾ ਪਿਆਰ, ਮਾਇਆ ਦਾ ਜਿਹੜਾ ਪਿਆਰ ਹੈ ਝੂਠਾ ਹੈ। ਇਹ ਮਾਇਆ ਦੀ ਪ੍ਰੀਤ ਵੀ ਝੂਠੀ, ਕਿਉਂਕਿ ਇਹਦੇ ਵਿੱਚ ਸਵਾਰਥ ਹੈ। ਜਿਹਨੂੰ ਮਹਾਰਾਜ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਉ ਹੀ ਸਭ ਲਾਗਿਓ ਕਿਆ ਦਾਰਾ ਕਿਆ ਮੀਤ। ਵੀ ਇਸੇ ਜੀਵ ਪਰਿਵਾਰ ਇੱਕ ਦੂਸਰੇ ਨਾਲ ਆਪਣੇ ਸਵਾਰਥ ਕਰਕੇ ਬੱਝੇ ਹੋਏ ਨੇ, ਹੋਰ ਆਤਮਿਕ ਪਿਆਰ ਥੋੜ੍ਹੀ ਹੈ। ਜੇ ਆਤਮਿਕ ਪ੍ਰੇਮ ਹੋਵੇ, ਜਦੋਂ ਕੋਈ ਜਾਵੇ ਤਾਂ ਅਸੀਂ ਉਹਨੂੰ ਲੱਭੀਏ ਵੀ ਕਿੱਥੇ ਗਿਆ, ਕਿਉਂਕਿ ਉਹ ਮਰਦਾ ਤਾਂ ਹੈ ਹੀ ਨਹੀਂ। ਜਿਹੜਾ ਅੰਦਰ ਵੱਸਦਾ ਉਹ ਮਰਨ ਵਾਲੀ ਕੋਈ ਚੀਜ਼ ਹੀ ਨਹੀਂ ਹੈ। ਆਪਾਂ ਵੀ ਮਰਨ ਵਾਲੇ ਨਹੀਂ ਹੈ। ਜੇ ਆਪਾਂ ਮਰਨ ਵਾਲੇ ਹੁੰਦੇ ਤਾਂ ਸਤਿਯੁਗ ਤੋਂ ਚੱਲੇ ਆਪਾਂ ਮਰ ਹੀ ਜਾਂਦੇ, ਹੁਣ ਤੱਕ ਮਰੇ ਤਾਂ ਹੈ ਨਹੀਂ ਆਪਾਂ, ਕਿਉਂਕਿ ਆਪਾਂ ਮਨ ਪ੍ਰਕਾਸ਼ ਰੂਪ ਹੈ, ਜੋਤ ਸਰੂਪ ਹੈ। ਜਾਂ ਤਾਂ ਮਨ ਪਰਮਾਤਮਾ ਦੇ ਵਿੱਚ ਲੀਨ ਹੋ ਸਕਦਾ ਹੈ ਅਤੇ ਜਾਂ ਇਹਨੂੰ ਕੱਪੜਾ ਹੋਰ ਚੜ੍ਹਾ ਦਿੰਦੇ, ਹੋਰ ਆਕਾਰ ਦੇ ਵਿੱਚ ਚਲਾ ਜਾਂਦਾ, ਮਰਦਾ ਨਹੀਂ। ਨਾ ਮਨਮੁਖ ਮਰੇ, ਕਿਉਂਕਿ ਉਹ ਕੱਪੜਾ ਬਦਲ ਜਾਂਦਾ, ਵਾਰ-ਵਾਰ ਜੂਨਾਂ 'ਚ ਆਉਂਦਾ, ਉਹਨੂੰ ਇਹ ਰੋਗ ਦੁੱਖ ਹੈ ਜੂਨਾਂ 'ਚ ਵਾਰ-ਵਾਰ ਆਉਣਾ। ਜਿਹੜੇ ਗੁਰਮੁਖ ਨੇ ਉਹ ਵੀ ਨਹੀਂ ਮਰਦੇ, ਕਿਉਂਕਿ ਉਹ ਸਦਾ ਵਾਸਤੇ ਸੱਚ 'ਚ ਲੀਨ ਹੋ ਜਾਂਦੇ, ਪਰਮਾਤਮਾ ਦੇ ਵਿੱਚ ਸਮਾ ਜਾਂਦੇ, ਉਹ ਸਦਾ ਲਈ ਅਮਰ ਹੋ ਜਾਂਦੇ। ਤਾਂਹੀਓ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ, ਵੀ ਜਿਹੜਾ ਬ੍ਰਹਮ ਗਿਆਨੀ ਉਹ ਸਦਾ ਜਿਉਂਦਾ, ਉਹ ਮਰਦਾ ਨਹੀਂ। ਕਿਉਂ ਨਹੀਂ ਮਰਦਾ? ਕਿਉਂਕਿ ਮਾਲਕ 'ਚ ਲੀਨ ਹੋ ਗਏ, ਪਰਮਾਤਮਾ ਦੇ ਵਿੱਚ ਸਮਾ ਗਏ, ਜੋਤ 'ਚ ਉਹਦੀ ਜੋਤ ਮਿਲ ਗਈ, ਇਸ ਕਰਕੇ ਉਹ ਸਦਾ ਜਿਉਂਦਾ ਹੈ, ਮਰੇਗਾ ਹੀ ਨਹੀਂ ਕਦੇ, ਸਦਾ ਲਈ ਅਮਰ ਹੈ। ਜਿਹੜਾ ਮਨਮੁਖ ਹੈ ਉਹ ਵਾਰ-ਵਾਰ ਜੂਨਾਂ 'ਚ ਆਉਂਦਾ, ਵਾਰ-ਵਾਰ ਆਕਾਰਾਂ ਦੇ ਵਿੱਚ ਆਉਂਦਾ। ਤਾਂ ਕਰਕੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਸਾਡਾ ਆਤਮਿਕ ਪ੍ਰੇਮ ਹੋਵੇ ਫਿਰ ਅਸੀਂ ਬਾਅਦ 'ਚੋਂ ਲੱਭੀਏ, ਜਦੋਂ ਕੋਈ ਜੀਵ ਜਾਵੇ ਵੀ ਗਿਆ ਤੇ ਗਿਆ ਕਿੱਥੇ। ਕਿਉਂਕਿ ਜਿਹੜਾ ਸਰੀਰ ਸੀ ਇਹ ਤਾਂ ਸਾਡੇ ਕੋਲ ਹੀ ਰਹਿ ਗਿਆ, ਕੱਪੜਾ ਸੀ, ਕੱਪੜਾ ਲਾਤਾ ਉਹਨੇ, ਅਤੇ ਜਿਹਨੇ ਕੱਪੜਾ ਪਹਿਨਿਆ ਸੀ ਉਹ ਕਿੱਥੇ ਚਲਾ ਗਿਆ ਹੁਣ। ਜੇ ਸਾਡਾ ਆਤਮਿਕ ਪ੍ਰੇਮ ਹੋਏਗਾ ਫਿਰ ਅਸੀਂ ਉਹਨੂੰ ਲੱਭਾਂਗੇ, ਫਿਰ ਅਸੀਂ ਉਹਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ, ਅਤੇ ਫਿਰ ਅਸੀਂ ਗੁਰਬਾਣੀ ਗੁਰੂ ਤੋਂ ਪੁੱਛਾਂਗੇ ਵੀ ਗਿਆ ਤੇ ਗਿਆ ਕਿੱਥੇ ਆ। ਫਿਰ ਗੁਰਬਾਣੀ ਗੁਰੂ ਸਾਨੂੰ ਦੱਸਣਗੇ ਵੀ ਕਿੱਥੇ ਗਿਆ। ਅਤੇ ਜੇ ਸਾਡਾ ਪਿਆਰ ਹੋਏਗਾ ਫਿਰ ਅਸੀਂ ਉਹਨੂੰ ਮਿਲਾਂਗੇ। ਜਦ ਤੱਕ ਅਸੀਂ ਉਹਨੂੰ ਮਿਲ ਨਹੀਂ ਲੈਂਦੇ ਉਹਨਾਂ ਸਮਾਂ ਫਿਰ ਸਾਡੇ ਅੰਦਰ ਤੜਫ ਰਹਿਣੀ ਹੈ, ਜੇ ਪਿਆਰ ਹੈ ਤਾਂ। ਅਤੇ ਜੇ ਮਾਇਆ ਦੇ ਨਾਲ ਹੀ ਪਿਆਰ ਹੈ, ਸਿਰਫ ਸਰੀਰ ਦੇ ਨਾਲ ਹੀ, ਅਤੇ ਜਦੋਂ ਸਰੀਰ ਖਤਮ ਹੋ ਗਿਆ ਫਿਰ ਇਹਦੇ ਨਾਲ ਹੀ ਪਿਆਰ ਵੀ ਖਤਮ ਹੋ ਜਾਂਦਾ। ਫਿਰ ਜੇ ਕਿਤੇ ਭੁੱਲ ਭੁਲੇਖੇ ਜੀਵ ਰਾਤ ਨੂੰ ਸੁਪਨੇ 'ਚ ਮਿਲ ਵੀ ਪਵੇ ਅਤੇ ਉਹ ਮਨਮੁਖ ਉਦੋਂ ਡਰੀ ਜਾਂਦੇ ਸੁਪਨੇ ਦੇ ਵਿੱਚ, ਬਈ ਉਹ ਫਲਾਣਾ ਮਰਿਆ ਹੋਇਆ, ਉਹ ਮੈਨੂੰ ਸੁਪਨੇ 'ਚ ਮਿਲਿਆ। ਅਤੇ ਕਹਿੰਦੇ ਸੁਪਨੇ 'ਚ ਮਿਲਿਆ ਬੰਦਾ ਚੰਗਾ ਨਹੀਂ ਹੁੰਦਾ ਮਰਿਆ ਹੋਇਆ।
ਤੇ ਉਦੋਂ ਹੀ ਡਰੀ ਜਾਣਗੇ। ਫਿਰ ਸਿਆਣਿਆਂ ਕੋਲ ਤੁਰੇ ਫਿਰਨਗੇ ਵੀ ਸਾਨੂੰ ਮਰਿਆ ਹੋਇਆ ਦੀਂਦਾ, ਉਹ ਮਿਲਦਾ, ਸਾਨੂੰ ਕਾਹਤੋਂ ਮਿਲਦਾ, ਸਾਨੂੰ ਮਿਲਣਾ ਨਹੀਂ ਚਾਹੀਦਾ। ਤਾਂ ਮਹਾਰਾਜ ਕਹਿੰਦੇ ਵੀ ਇਹ ਜਗਤ ਦਾ ਪ੍ਰੇਮ ਝੂਠਾ ਹੈ, ਇਹਦੀ ਪ੍ਰੀਤ ਵੀ ਝੂਠੀ ਹੈ। ਅਤੇ ਜਿਹੜੇ ਗੁਰਮੁਖ ਉਹ ਫਿਰ ਆਤਮਕ ਪ੍ਰੇਮ ਕਰਦੇ, ਉਹ ਜਿਹੜਾ ਅੰਦਰ ਵੱਸਦਾ ਉਹਦੇ ਨਾਲ ਵੀ ਚੀਜ਼ ਹੈ ਹੀ ਨਹੀਂ, ਮਨ ਹੈ ਜਿਹੜਾ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਫਿਰ ਸਾਡਾ ਪ੍ਰੇਮ ਅਸਲ ਹੈ ਆਤਮਕ, ਜੇ ਅਸੀਂ ਇਹ ਦੇਹ ਤੋਂ ਵਧੇਰੇ ਹੋ ਕੇ ਮਿਲਦੇ ਹਾਂ। ਜਿਵੇਂ ਹੁਣ ਰਾਤ ਨੂੰ ਆਪਾਂ ਸਾਰੇ ਆਪਣੇ ਘਰ ਚਲੇ ਜਾਂਦੇ ਹਾਂ, ਉਹਨੂੰ ਸੁੰਨ ਮੰਡਲ ਕਹਿੰਦੇ, ਸਾਡਾ ਸਾਰਿਆਂ ਦਾ ਸਾਂਝਾ ਘਰ, ਸਾਡੇ ਮਾਤਾ ਪਿਤਾ ਦਾ ਘਰ। ਇਹ ਕੱਪੜਾ ਆਪਾਂ ਇੱਥੇ ਲਾ ਕੇ, ਸਰੀਰ ਸੀ ਜਿਹੜਾ ਇਹਨੂੰ ਇੱਥੇ ਲਾ ਕੇ ਰੱਖ ਦਿੱਤਾ ਕੱਪੜੇ ਨੂੰ, ਅਤੇ ਉੱਥੇ ਸਾਡੇ ਮਨ ਨੇ ਜਾਣਾ ਹੈ। ਜਿਹੜੇ ਮਨ ਇਹ ਜੋਤ ਸਰੂਪ ਨੇ, ਪ੍ਰਕਾਸ਼ ਸਰੂਪ। ਉੱਥੇ ਜਿਹੜਾ ਆਪਣਾ ਘਰ, ਆਪਣਾ ਦੇਸ਼ ਹੈ, ਉੱਥੇ ਸਾਡੇ ਆਕਾਰ ਸੂਖਮ ਹੁੰਦੇ ਨੇ। ਉੱਥੇ ਨਾ ਤਾਂ ਕੋਈ ਬੱਚਾ ਹੈ, ਨਾ ਕੋਈ ਜਵਾਨ, ਨਾ ਕੋਈ ਬਿਰਧ ਹੈ, ਨਾ ਇਸਤਰੀ ਹੈ, ਨਾ ਮਰਦ ਹੈ। ਇਹ ਤਾਂ ਸਿਰਫ ਇੱਥੇ ਆ ਕੇ ਆਪਾਂ ਕੱਪੜਾ ਪਾਉਂਦੇ, ਉੱਥੇ ਅਸੀਂ ਇੱਕੋ ਹੀ ਰੂਪ ਹੁੰਦੇ, ਸਾਰੇ ਪ੍ਰਕਾਸ਼ ਰੂਪ। ਅਤੇ ਇਸ ਕਰਕੇ ਮਹਾਰਾਜ ਕਹਿੰਦੇ ਵੀ ਸਾਡਾ ਅਸਲ ਪ੍ਰੇਮ ਫੇਰ ਹੈ ਜੇ ਅਸੀਂ ਉੱਥੇ ਜਾ ਕੇ ਮਿਲੀਏ ਆਪਣੇ ਘਰ ਦੇ ਵਿੱਚ। ਜਿਵੇਂ ਹੁਣ ਸਭ ਤੋਂ ਨਜ਼ਦੀਕੀ ਰਿਸ਼ਤਾ, ਸਭ ਤੋਂ ਪਵਿੱਤਰ ਗੁਰਬਾਣੀ 'ਚ ਪਤੀ ਪਤਨੀ ਦਾ ਆਖੀ, ਜਿਹੜਾ ਸਭ ਤੋਂ ਨੇੜੇ ਦਾ। ਹੁਣ ਉਹਨਾਂ ਨੂੰ ਕਹਿੰਦੇ ਧੰਨ ਪੈਰ, ਪਤੀ ਪਤਨੀ ਧੰਨ ਪੈਰ। ਮਹਾਰਾਜ ਕਹਿੰਦੇ ਵੀ ਧੰਨ ਪੈਰ ਇਹ ਨਹੀਂ ਆਖੇ ਜਾਂਦੇ ਵੀ ਜਿਹੜੇ ਦਿਨੇ ਤਾਂ ਇੱਥੇ ਇਕੱਠੇ ਨੇ, ਅਤੇ ਰਾਤ ਨੂੰ ਜਦੋਂ ਆਪਦੇ ਦੇਸ਼ ਜਾਂਦੇ ਉੱਥੇ ਜਾ ਕੇ ਮਿਲਦੇ ਨੇ ਇੱਕ ਦੂਸਰੇ ਨੂੰ। ਕੌਣ ਪਤਨੀ, ਕੌਣ ਪਤੀ, ਕੋਈ ਨਹੀਂ ਇੱਕ ਦੂਸਰੇ ਨੂੰ ਪਹਿਚਾਣਦੇ ਹੀ ਨਹੀਂ। ਅਤੇ ਜਦੋਂ ਇੱਥੇ ਆਉਂਦੇ ਦਿਨ ਦੇ ਸਮੇਂ, ਇੱਥੇ ਕਹਿੰਦੇ ਅਸੀਂ ਬੜਾ ਪਿਆਰ ਕਰਦੇ ਇੱਕ ਦੂਜੇ ਨੂੰ, ਅਤੇ ਮਹਾਰਾਜ ਕਹਿੰਦੇ ਝੂਠ ਬੋਲਦੇ। ਸਤਿਗੁਰੂ ਫਰਮਾਉਂਦੇ ਕਹਿੰਦੇ ਧੰਨ ਪੈਰ ਇਹ ਨਾ ਆਖੀਆਂ, ਬਹਿਣ ਇਕੱਠੇ ਹੋਏ ਏਕ ਜੋਤ ਦੋਇ ਮੂਰਤੀ, ਧੰਨ ਪੈਰ ਕਹੀਏ ਸੋ। ਬਈ ਪਤੀ ਪਤਨੀ ਉਹ ਨਹੀਂ ਕਹੀ ਜਾਂਦੇ ਵੀ ਜਿਹੜੇ ਦਿਨੇ ਤਾਂ ਇਕੱਠੇ ਨੇ, ਰਾਤ ਨੂੰ ਜਦੋਂ ਆਪਦੇ ਘਰ ਗਏ ਉੱਥੇ ਜਾ ਕੇ ਇੱਕ ਦੂਸਰੇ ਨੂੰ ਪਹਿਚਾਣਦੇ ਹੀ ਨਹੀਂ, ਪਤਾ ਹੀ ਨਹੀਂ ਵੀ ਕੌਣ ਕਿੱਥੇ ਗਏ। ਅਤੇ ਜਿਹੜੇ ਅਸਲ ਪਤੀ ਪਤਨੀ ਉਹ ਫਿਰ ਜਦੋਂ ਇੱਥੇ ਆਉਂਦੇ ਅਤੇ ਜਦੋਂ ਰਾਤ ਨੂੰ ਆਪਦੇ ਘਰ ਜਾਂਦੇ ਦੇਸ਼, ਉੱਥੇ ਜਾ ਕੇ ਵੀ ਮਿਲਦੇ। ਕਿਉਂਕਿ ਇਹ ਤਾਂ ਡਰਾਮਾ ਹੈ ਜਿਹੜਾ ਅਸੀਂ ਦਿਨ ਦੇ ਸਮੇਂ ਕਰਦੇ, ਇਹਨੂੰ ਨਾਟਕ ਕਹਿੰਦੇ। ਵੀ ਡਰਾਮੇ ਦੀ ਸਟੇਜ, ਅਸੀਂ ਆ ਕੇ ਇੱਥੇ ਕੱਪੜਾ ਪਹਿਨ ਲਿਆ ਅਤੇ ਡਰਾਮਾ ਸ਼ੁਰੂ ਹੋ ਗਿਆ। ਡਰਾਮੇ ਦੇ ਵਿੱਚ ਇੱਕ ਮਾਂ ਬਣ ਗਈ, ਇੱਕ ਪਿਓ ਬਣ ਗਿਆ, ਇੱਕ ਪੁੱਤਰ ਬਣ ਗਿਆ, ਇੱਕ ਧੀ ਬਣ ਗਈ, ਇੱਕ ਪਤੀ ਬਣ ਗਿਆ, ਇੱਕ ਪਤਨੀ ਬਣ ਗਈ। ਉਹ ਡਰਾਮਾ ਸ਼ੁਰੂ ਹੋ ਗਿਆ। ਜਦੋਂ ਹੁਣ ਅਸੀਂ ਘਰ ਨੂੰ ਜਾਣਾ, ਇਹ ਕੱਪੜਾ ਲਾ ਜਾਣਾ, ਡਰਾਮਾ ਖਤਮ ਹੋ ਗਿਆ। ਕੱਪੜਾ ਲਾ ਕੇ ਇੱਥੇ ਹੀ ਚਲੇ ਗਏ। ਜਦੋਂ ਫਿਰ ਗੁਰਮੁਖ ਆਪਦੇ ਘਰ ਜਾਂਦੇ, ਜਿਹੜੇ ਜਾਗਦੇ, ਉਹ ਫਿਰ ਜਦੋਂ ਉੱਥੇ ਜਾ ਕੇ ਮਿਲਦੇ, ਉਹ ਫਿਰ ਆਪਸ ਵਿੱਚ ਵਿਚਾਰ ਕਰਦੇ ਵੀ ਜਿਹੜਾ ਉੱਥੇ ਆਪਾਂ ਮਾਇਆ ਦੇ ਘਰ 'ਚ ਡਰਾਮਾ ਕੀਤਾ ਨਾ, ਵੀ ਵਧੀਆ ਕੀਤਾ ਉੱਥੇ। ਵੀ ਉੱਥੇ ਫਿਰ ਸਾਰੇ ਇਕੱਠੇ ਹੁੰਦੇ ਜਦੋਂ, ਜਿਹੜੇ ਜਾਗਦੇ, ਵੀ ਇੱਕ ਨੇ ਪਤਨੀ ਦਾ ਰੋਲ ਅਦਾ ਕੀਤਾ, ਪਤਨੀ ਦਾ ਡਰਾਮਾ ਕੀਤਾ, ਇੱਕ ਨੇ ਪਤੀ ਦਾ ਡਰਾਮਾ ਕੀਤਾ, ਇੱਕ ਨੇ ਪੁੱਤਰ ਦਾ ਕੀਤਾ, ਇੱਕ ਨੇ ਧੀ ਦਾ ਕੀਤਾ। ਉਹ ਜਿਹੜੇ ਤਾਂ ਮਨ ਜਾਗਦੇ, ਉਹਨਾਂ ਨੂੰ ਤਾਂ ਪਤਾ ਵੀ ਇਹ ਡਰਾਮਾ ਹੈ। ਵੀ ਅਸਲ ਇਹ ਹੈ ਜਦੋਂ ਅਸੀਂ ਰਾਤ ਨੂੰ ਆਪਦੇ ਦੇਸ਼ ਆ ਗਏ, ਉਦੋਂ ਫਿਰ ਸਾਰੇ ਅਸਲ ਰੂਪ ਹੋ ਗਏ, ਕੱਪੜਾ ਲਾ ਦਿੱਤਾ। ਉਦੋਂ ਫਿਰ ਅਸੀਂ ਸਾਰੇ ਪ੍ਰਕਾਸ਼ ਰੂਪ ਹੁੰਦੇ ਹਾਂ, ਸਾਡੇ ਆਕਾਰ। ਅਤੇ ਜੇ ਹੁਣ ਅਸੀਂ ਉੱਥੇ ਜਾ ਕੇ ਮਿਲਦੇ ਨਹੀਂ, ਫਿਰ ਮਹਾਰਾਜ ਕਹਿੰਦੇ ਵੀ ਇਹ ਇਕੱਲੇ ਆਉਂਦੇ, ਇਕੱਲੇ ਹੀ ਵਾਪਸ ਚਲੇ ਜਾਂਦੇ ਅਤੇ ਝੂਠ ਹੀ ਬੋਲਦੇ ਰਹਿੰਦੇ ਸਾਰਾ ਦਿਨ। ਕਹਿੰਦੇ ਆਵਤ ਅਕੇਲਾ ਜਾਤ ਅਕੇਲਾ, ਹਮ ਤੁਮ ਸੰਗ ਝੂਠੇ ਸਭ ਬੋਲਾ। ਵੀ ਸਾਰਾ ਦਿਨ ਝੂਠ ਹੀ ਬੋਲਦੇ ਰਹੇ ਵੀ ਅਸੀਂ ਤੇਰੇ ਸੰਗੀ ਹਾਂ, ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ, ਤੁਹਾਡਾ ਕਦੇ ਸਾਥ ਨਹੀਂ ਛੱਡਾਂਗੇ। ਅਤੇ ਜਦੋਂ ਰਾਤ ਹੋਈ ਤਾਂ ਸਾਰਾ ਸਾਥ ਛੱਡ ਗਏ, ਕੋਈ ਕਿਸੇ ਨੂੰ ਨਾ ਮਿਲਿਆ। ਅਤੇ ਜੇ ਅਸੀਂ ਹੁਣ ਨਹੀਂ ਮਿਲਦੇ, ਹਾਲਾਂਕਿ ਸਾਡਾ ਕੋਲ ਸਮਾਂ ਹੈਗਾ, ਸਾਡੇ ਸਵਾਸ ਨੇ, ਜੇ ਅਸੀਂ ਹੁਣ ਨਹੀਂ ਮਿਲ ਰਹੇ ਅਤੇ ਜਦੋਂ ਅਸੀਂ ਸਦਾ ਵਾਸਤੇ ਦੇਹ ਛੱਡ ਦਿੱਤੀ, ਫਿਰ ਕਿੱਥੋਂ ਮਿਲਾਂਗੇ? ਫਿਰ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਵੀ ਗਿਆ ਅਤੇ ਗਿਆ ਕਿੱਥੇ। ਹਾਲਾਂਕਿ ਹੁਣ ਸਾਡੇ ਕੋਲ ਸਮਾਂ ਹੈ,
ਰਾਤ ਨੂੰ ਸਿਰਫ ਅਸੀਂ ਹਜੇ ਸਰੀਰ ਤੋਂ ਵੱਖ ਹੋਏ ਹਾਂ, ਹਜੇ ਸਾਡਾ ਸਮਾਂ ਨਹੀਂ ਖਤਮ ਹੋਇਆ, ਸਾਹ ਚੱਲ ਰਹੇ ਨੇ ਅੱਜ, ਅਤੇ ਫਿਰ ਨਹੀਂ ਇੱਕ ਦੂਸਰੇ ਨੂੰ ਮਿਲ ਪਾ ਰਹੇ। ਅਤੇ ਜਦੋਂ ਸਦਾ ਲਈ ਇਸ ਸਰੀਰ ਤੋਂ ਵੱਖ ਹੋ ਗਏ, ਦੇਹ ਤੋਂ ਵੱਖ ਹੋ ਗਏ, ਫਿਰ ਕਿੱਥੋਂ ਮਿਲਣਾ? ਫਿਰ ਕਿਹਨੂੰ ਪਤਾ ਲੱਗਣਾ ਵੀ ਕਿਹੜਾ ਪਤੀ, ਕੌਣ ਪਤਨੀ, ਕੌਣ ਪੁੱਤਰ, ਕੌਣ ਧੀ? ਉਹ ਤਾਂ ਸਾਰਾ ਕੁਝ ਹੀ ਭੁੱਲ ਜਾਣਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਮਨ ਨੂੰ ਬਈ ਤੂੰ ਸੁੱਤਾ ਨਾ ਰਹੇ, ਤੂੰ ਜਾਗ ਕੇ ਖੇਲ। ਡਰਾਮਾ ਜਿਹੜਾ ਕਰਨਾ ਤੂੰ ਜਾਗ ਕੇ ਕਰ। ਜੇ ਹੁਣ ਅਸੀਂ ਜਾਗ ਪਾਂਗੇ ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਇੱਕ ਖੇਲ, ਵੀ ਇੱਥੇ ਆ ਕੇ ਅਸੀਂ ਸਿਰਫ ਇੱਕ ਰੋਲ ਅਦਾ ਕਰਨਾ ਹੈ ਅਤੇ ਮੁੜ ਕੇ ਅਸੀਂ ਆਪਦੇ ਘਰ ਨੂੰ, ਆਪਦੇ ਦੇਸ਼ ਨੂੰ ਵਾਪਸ ਚਲੇ ਜਾਣਾ। ਅਤੇ ਜਦੋਂ ਵਾਪਸ ਜਾਵਾਂਗੇ, ਜਿਹੜਾ ਜਾਗਿਆ ਹੋਏਗਾ ਅਤੇ ਉਹ ਇੱਕ ਦੂਸਰੇ ਨੂੰ ਮਿਲ ਲੈਣਗੇ, ਜਿਹੜਾ ਸੁੱਤਾ ਰਹੇਗਾ ਉਹਨੇ ਡਰਾਮੇ ਨੂੰ ਸੱਚ ਕਰਕੇ ਮੰਨ ਲੈਣਾ ਵੀ ਇਹੋ ਸਾਰਾ ਕੁਛ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਸੁੱਤੇ ਨਾ ਰਹੋ, ਜਾਗੋ। ਮਨ ਨੂੰ ਸਮਝਾਉਂਦੇ ਜਾਗ ਲਿਹੋ ਰੇ ਮਨ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਵੀ ਇਹ ਜਿਹੜਾ ਸਰੀਰ ਇਹਨੇ ਵੀ ਤੇਰਾ ਸਾਥ ਨਹੀਂ ਦੇਣਾ, ਇਹ ਵੀ ਕੱਪੜਾ ਤੂੰ ਇੱਥੇ ਹੀ ਲਾ ਕੇ ਰੱਖ ਜਾਣਾ ਹੈ, ਅਤੇ ਹੋਰ ਤਾਂ ਇੱਥੋਂ ਤੇਰਾ ਸਾਥ ਦੇਣਾ ਕਿਹਨੇ? ਜਦੋਂ ਇਹ ਸਰੀਰ ਨੇ ਹੀ ਨਾ ਸਾਥ ਦਿੱਤਾ, ਇਹ ਵੀ ਇੱਥੇ ਹੀ ਰਹਿ ਗਿਆ। ਇਸ ਵਾਸਤੇ ਹੁਣ ਜਿਹੜਾ ਪ੍ਰਾਣੀ ਜੀਵ ਮਨ, ਇਹਨੂੰ ਹਰ ਜਸ ਚਿੱਤ ਨਹੀਂ ਆਉਂਦਾ, ਇਹ ਸਿਮਰਨ ਨਹੀਂ ਕਰਦਾ। ਕਾਹਤੋਂ ਨਹੀਂ ਕਰਦਾ? ਕਿਉਂਕਿ ਮਾਇਆ ਦੇ ਵਿੱਚ ਮਗਨ ਹੋਇਆ ਦਿਨ ਰਾਤ। ਇਹ ਮਾਇਆ ਦੇ ਵਿੱਚ ਇੰਨਾ ਮਸਤ ਹੋਇਆ ਵਿਚਾਰਾਂ ਦੇ ਵਿੱਚ, ਤਾਂ ਕਰਕੇ ਇਹ ਸਿਮਰਨ ਨਹੀਂ ਕਰਦਾ, ਮਾਲਕ ਦੇ ਗੁਣ ਨਹੀਂ ਗਾਉਂਦਾ। ਮਹਾਰਾਜ ਕਹਿੰਦੇ ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ, ਅਹਨਸ ਮਗਨ ਰਹੇ ਮਾਇਆ ਮੈਂ, ਕਹੋ ਕੈਸੇ ਗੁਣ ਗਾਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਵੀ ਅਹਨਸ ਦਿਨ ਰਾਤ ਹੈ ਮਗਨ ਮਾਇਆ 'ਚ ਰਹਿੰਦਾ, ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ ਅਵਰ ਕਾਜ ਕਰੀ ਜਾਂਦਾ, ਅਤੇ ਕਿਵੇਂ ਗੁਣ ਗਾਵੇ ਮਾਲਕ ਦੀ, ਪਰਮਾਤਮਾ ਦਾ ਸਿਮਰਨ ਕਿਵੇਂ ਕਰੇ? ਹੁਣ ਇਸ ਵਾਸਤੇ ਜੇ ਆਪਾਂ ਕਿਸੇ ਨੂੰ ਕਹਿੰਦੇ ਸਿਮਰਨ ਕਰੋ, ਕਹਿੰਦੇ ਹੁੰਦਾ ਹੀ ਨਹੀਂ। ਕਿਉਂ ਨਹੀਂ ਹੁੰਦਾ? ਕਿਉਂਕਿ ਮਾਇਆ 'ਚ ਮਸਤ ਹੈ, ਤਾਂ ਨਹੀਂ ਹੁੰਦਾ। ਹੁਣ ਇਹ ਮਾਇਆ ਨੂੰ ਜ਼ਹਿਰ ਕਹਿੰਦੇ ਬਿਖ, ਅਤੇ ਜਿਉਂ-ਜਿਉਂ ਹੁਣ ਆਪਾਂ ਇਹ ਸਿਮਰਨ ਕਰਾਂਗੇ, ਇਹ ਜ਼ਹਿਰ ਲੱਥੇਗਾ, ਮਨ ਨੂੰ ਹੋਸ਼ ਆਏਗੀ। ਜਦੋਂ ਮਨ ਨੂੰ ਹੋਸ਼ ਆਏਗੀ ਥੋੜ੍ਹੀ ਜਿਹੀ, ਫਿਰ ਇਹਨੂੰ ਇਹ ਵਿਚਾਰ ਦੀ ਸਮਝ ਲੱਗਦੀ, ਜਿਹੜੀ ਆਪਾਂ ਵਿਚਾਰ ਕਰਦੇ ਨਾ, ਜੋ ਗੁਰਬਾਣੀ ਗੁਰੂ ਸਾਨੂੰ ਸਮਝਾ ਰਹੇ, ਇਹਦੀ ਸਮਝ ਸਾਰਿਆਂ ਨੂੰ ਕਾਹਤੋਂ ਨਹੀਂ ਲੱਗਦੀ? ਕਿੰਨਾ ਜੀਵ, ਕਿੰਨੇ ਸੰਸਾਰ ਦੇ ਵਿੱਚ, ਕਿਉਂਕਿ ਉਹ ਮਾਇਆ ਦਾ ਜਿਹੜਾ ਨਸ਼ਾ ਚੜ੍ਹਿਆ ਉਹਨਾਂ ਨੂੰ, ਉਹ ਬਿਖ ਜ਼ਹਿਰ ਚੜ੍ਹੀ ਹੋਣ ਕਰਕੇ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਗੁਰਬਾਣੀ ਗੁਰੂ ਦੀ ਵਿਚਾਰ ਵੀ ਕੀ ਕਹਿ ਰਹੇ ਨੇ, ਕੀ ਸਮਝਾ ਰਹੇ ਨੇ। ਹੁਣ ਜਦੋਂ ਆਪਾਂ ਸਿਮਰਨ ਕਰਦੇ, ਲਗਾਤਾਰ ਸਤ ਸੰਗਤ ਕਰਦੇ, ਸਾਡਾ ਜ਼ਹਿਰ ਲੱਥਦਾ, ਅਤੇ ਫਿਰ ਇਹਨੂੰ ਸਮਝ ਆਉਣ ਲੱਗਦੀ ਵੀ ਇਹ ਤਾਂ ਕਿਸੇ ਹੋਰ ਦੀ ਕਹਾਣੀ ਨਹੀਂ, ਇਹ ਤਾਂ ਮੇਰੀ ਕਹਾਣੀ। ਬਈ ਗੁਰਬਾਣੀ ਗੁਰੂ ਕਿਸੇ ਹੋਰ ਨੂੰ ਥੋੜ੍ਹੀ ਸਮਝਾ ਰਹੇ, ਉਹ ਤਾਂ ਸਾਨੂੰ ਸਮਝਾ ਰਹੇ, ਸਾਡੇ ਮਨਾਂ ਦੀ ਕਹਾਣੀ ਸਾਰਿਆਂ ਦੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸਾਡੇ ਮਨ ਨੂੰ ਜੋ ਨਸ਼ਾ ਜ਼ਹਿਰ ਚੜ੍ਹਿਆ, ਜੋ ਇਹ ਸੁੱਤਾ ਹੈ, ਇਹਨੂੰ ਸੁੱਤੇ ਨੂੰ ਜਗਾਉਣ ਵਾਸਤੇ ਹੁਣ ਇਹ ਸਿਮਰਨ ਹੈ। ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ, ਜਾਗਤ ਅਵਸਥਾ ਜਾਏਗਾ, ਅਤੇ ਉਹਦੇ ਇਹਨੂੰ ਫਿਰ ਸਮਝ ਲੱਗੇਗੀ। ਆਓ ਹੁਣ ਕਿਵੇਂ ਅਸੀਂ ਮਨ ਨੂੰ ਜਗਾਉਣਾ, ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਸਾਸ ਗਿਰਾ ਸਿਮਰਨ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਦੇ ਨਾਲ ਗੁਰਮੁਖ ਪਿਆਰਿਓ, ਜਿਉਂ-ਜਿਉਂ ਆਪਾਂ ਇਹ ਸਿਮਰਨ ਕਰਦੇ ਹਾਂ, ਇਹ ਸਾਡਾ ਨਿੱਜੀ ਕੰਮ ਹੈ, ਆਪਣਾ ਘਰ ਦਾ ਕੰਮ ਹੈ। ਜਿਉਂ-ਜਿਉਂ ਅਸੀਂ ਕਰਾਂਗੇ ਸਾਡੇ ਮਨ ਦੀ ਮੈਲ ਉਤਰਨੀ, ਸਾਡੇ ਮਨ ਨੇ ਨਿਰਮਲ ਹੋਣਾ। ਜਿੰਨੇ ਅਵਰ ਕਾਜ ਕਰਾਂਗੇ ਮਨ 'ਤੇ ਮੈਲ ਚੜ੍ਹਨੀ। ਜਦੋਂ ਅਸੀਂ ਇਹ ਘਰ ਦਾ ਕੰਮ ਕਰਾਂਗੇ ਤਾਂ ਮੈਲ ਉਤਰੇਗੀ। ਇਹ ਹੁਣ ਸਾਡੇ 'ਤੇ ਮਨਸਰ ਬਈ ਅਸੀਂ ਮੈਲ ਚੜਾਉਣੀ ਹੈ ਤਾਂ ਅਵਰ ਕਾਜ ਕੀਤੀ ਚੱਲੋ, ਫਿਰ ਤਾਂ ਮੈਲ 'ਤੇ ਮੈਲ ਹੋਰ ਚੜ੍ਹਦੀ ਜਾਣੀ। ਜੇ ਅਸੀਂ ਚਾਹੁੰਦੇ ਮੈਲ ਨੂੰ ਲਾਉਣਾ ਅਤੇ ਫਿਰ ਅਸੀਂ ਆਪਦਾ ਘਰ ਦਾ ਕੰਮ ਕਰੀਏ, ਫਿਰ ਅਸੀਂ ਇਹ ਸਿਮਰਨ ਕਰੀਏ, ਫਿਰ ਅਵਰ ਕਾਜ ਛੱਡੀਏ। ਸੋ ਇਸ ਵਾਸਤੇ ਹੁਣ ਆਪਾਂ ਇਹ ਕੋਸ਼ਿਸ਼ ਕਰਨੀ, ਵੱਧ ਤੋਂ ਵੱਧ ਹੀ ਆਪਾਂ ਸਿਮਰਨ ਕਰਨਾ, ਤਾਂ ਕਿ ਮਨ ਆਪਦਾ ਘਰ ਦਾ ਕੰਮ ਕਰੇ। ਇਹਦੇ ਵਿੱਚ ਆਪਾਂ ਆਲਸ ਨਹੀਂ ਕਰਨੀ, ਇਹਦੇ 'ਚ ਢਿੱਲ ਨਹੀਂ ਵਰਤਣੀ। ਜਿਹੜਾ ਕੰਮ ਕਰਕੇ ਸਾਡਾ ਮੁੱਖ ਉਜਲ ਹੋਣਾ, ਸਾਨੂੰ ਦਰਗਾਹ 'ਚ ਥਾਂ ਮਿਲਣੀ, ਸਾਡੇ ਮਨ ਨੇ ਨਿਰਮਲ ਹੋ ਜਾਣਾ, ਇਹਦੇ ਵਿੱਚ ਮਹਾਰਾਜ ਕਹਿੰਦੇ ਆਲਸ ਨਾ ਕਰ। ਆਪਣੇ ਕਾਰਜ ਕੋ ਕਿਉਂ ਲਕਾਈਏ, ਜੈਤ ਸਿਮਰਤ ਦਰਗਾਹ ਮੁਖੂਜਲ, ਸਦਾ ਸਦਾ ਸੁਖ ਪਾਈਏ। ਮਹਾਰਾਜ ਕਹਿੰਦੇ ਵੀ ਜਿਹੜਾ ਕਰਮ ਕਰਕੇ ਸਾਨੂੰ ਸਦਾ ਸੁੱਖ ਮਿਲਣਾ, ਸਾਡਾ ਮੁੱਖ ਉਜਲ ਹੋਣਾ, ਸਾਨੂੰ ਦਰਗਾਹ 'ਚ ਥਾਂ ਮਿਲਣੀ ਅੱਗੇ, ਉਹਦੇ ਵਿੱਚ ਢਿੱਲ ਨਾ ਕਰੋ, ਉਹਦੇ 'ਚ ਆਲਸ ਨਾ ਕਰੋ। ਇਹ ਕੰਮ ਆਪਦਾ ਕਰਦੇ ਰਹੋ ਲਗਾਤਾਰ। ਇਹ ਅਵਰ ਕਾਜ ਕੀ ਬਈ ਸੰਸਾਰ ਦੀਆਂ ਵਿਚਾਰਾਂ, ਇਹਨਾਂ ਤੋਂ ਆਪਾਂ ਬਚਣਾ ਹੁੰਦਾ ਵੀ ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਸੇ ਦੇ ਨਾਲ ਆਪਾਂ ਵੈਰ ਵਿਰੋਧ ਨਹੀਂ ਕਰਨਾ, ਕਿਸੇ ਨਾਲ ਈਰਖਾ ਨਫ਼ਰਤ ਨਹੀਂ ਕਰਨੀ, ਹਉਮੈ ਤੋਂ ਮਨ ਨੂੰ ਰਹਿਤ ਰੱਖਣਾ, ਅਤੇ ਲੋਕ ਲੱਜਾ ਤੋਂ ਉੱਪਰ ਉੱਠ ਕੇ ਸਿਮਰਨ ਕਰਨਾ। ਵੀ ਲੋਕ ਕੀ ਕਹਿਣਗੇ ਇਹ ਪਰਵਾਹ ਨਹੀਂ ਕਰਨੀ, ਅਸੀਂ ਆਪਦਾ ਸਿਮਰਨ ਕਰਨਾ। ਜਿਵੇਂ ਭੁੱਖਾ ਜੀਵ ਹੈ, ਉਹਨੂੰ ਲਾਜ ਨਹੀਂ ਹੁੰਦੀ, ਉਹ ਕਈ ਦਿਨਾਂ ਦਾ ਭੁੱਖਾ, ਉਹਨੂੰ ਖਾਣਾ ਮਿਲ ਗਿਆ ਅਤੇ ਉਹਨੇ ਉੱਥੇ ਹੀ ਖਾਣਾ ਸ਼ੁਰੂ ਕਰ ਦੇਣਾ। ਉਹ ਆਸੇ ਪਾਸੇ ਨਹੀਂ ਦੇਖਦਾ, ਕਿਉਂਕਿ ਉਹ ਲੋਕ ਲੱਜਾ ਤੋਂ ਉੱਪਰ ਉੱਠੇ, ਉਹਨੂੰ ਤਾਂ ਆਪਦੀ ਭੁੱਖ ਮਿਟਾਉਣੀ ਉਹਨੇ ਇਹ ਥੋੜ੍ਹੀ ਦੇਖਣਾ ਵੀ ਮੈਨੂੰ ਕੋਈ ਦੇਖ ਰਹੇ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਿਵੇਂ ਉਹ ਭੁੱਖੇ ਨੂੰ ਖਾਣ ਲੱਗਿਆਂ ਲਾਜ ਨਹੀਂ, ਲੋਕ ਲੱਜਾ ਨਹੀਂ ਹੈ, ਇਸੇ ਤਰ੍ਹਾਂ ਅਸੀਂ ਜਦੋਂ ਸਿਮਰਨ ਕਰਨਾ, ਅਸੀਂ ਲੋਕ ਲੱਜਾ ਨਹੀਂ ਮੰਨਣਾ ਵੀ ਲੋਕ ਸਾਨੂੰ ਕੀ ਕਹਿਣਗੇ। ਜੇ ਕੋਈ ਸਾਡੇ ਕੋਲ ਆਇਆ ਨਿੰਦਿਆ ਚੁਗਲੀ ਕਰਨ, ਅਤੇ ਅਸੀਂ ਜੇ ਸਿਮਰਨ ਕਰਾਂਗੇ ਤਾਂ ਉਹ ਕੀ ਸੋਚੇਗਾ ਵੀ ਆਪਦਾ ਵਾਹਿਗੁਰੂ ਵਾਹਿਗੁਰੂ ਕੀਤੀ ਜਾ। ਮਹਾਰਾਜ ਕਹਿੰਦੇ ਵੀ ਇਹ ਆਪਾਂ ਲੋਕ ਲੱਜਾ ਤੋਂ ਉੱਪਰ ਜੋ ਭੁੱਖੇ ਖਾਵਤ ਲਾਜ ਨਾ ਆਵੇ, ਅਤੇ ਉਹ ਹਰ ਜਨ ਹਰ ਗੁਣ ਗਾਵੇ। ਬਈ ਜਿਵੇਂ ਉਹ ਭੁੱਖੇ ਨੂੰ ਲਾਜ ਨਹੀਂ, ਅਤੇ ਮਹਾਰਾਜ ਕਹਿੰਦੇ ਹਰੀ ਦਾ ਜਨ ਫਿਰ ਇਸੇ ਤਰ੍ਹਾਂ ਹਰੀ ਦੇ ਗੁਣ ਗਾਵੇ, ਪਰਮਾਤਮਾ ਦਾ ਸਿਮਰਨ ਕਰੇ। ਵੀ ਉਹ ਪਰਵਾਹ ਨਾ ਕਰੇ ਵੀ ਲੋਕ ਕੀ ਕਹਿਣਗੇ, ਕੀ ਸੋਚਣਗੇ, ਵੀ ਇਹ ਕਿਵੇਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ। ਉਹਨਾਂ ਦਾ ਕੰਮ ਹੈ ਜੋ ਮਰਜ਼ੀ ਸੋਚੀ ਜਾਣਾ, ਆਪਾਂ ਆਪਦਾ ਕਰਨਾ। ਇਸ ਵਾਸਤੇ ਹੁਣ ਆਪਾਂ ਇਹ ਵੱਧ ਤੋਂ ਵੱਧ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਅਤੇ ਵੱਧ ਤੋਂ ਵੱਧ ਇਹ ਆਪਾਂ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਗੁਰਮੁਖ ਜਨਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਕਿ ਜੋ ਆਪਣਾ ਸਾਰਿਆਂ ਦਾ ਜੀਵਨ ਦਾ ਮਨੋਰਥ, ਸਾਡਾ ਸਾਰਿਆਂ ਦਾ ਨਿੱਜੀ ਕੰਮ ਪਰਮਾਤਮਾ ਨੂੰ ਮਿਲਣਾ, ਕਿਵੇਂ ਆਪਾਂ ਮਿਲ ਸਕਦੇ ਹਾਂ, ਉਹ ਆਪਾਂ ਨੂੰ ਗੁਰਮੁਖਾਂ ਨੇ ਬੜਾ ਸੌਖਾ ਕਰਕੇ ਭੇਦ ਦਿੱਤਾ ਹੈ। ਅਤੇ ਆਪਾਂ ਵੀ ਇਹ ਭੇਦ ਲੈ ਕੇ ਆਪਦੇ ਜੀਵਨ ਦਾ ਜੋ ਲਾਹਾ ਹੈ, ਸਾਡਾ ਨਿੱਜੀ ਕੰਮ ਕਿਸੇ ਹੋਰ ਦਾ, ਇਹਨੂੰ ਹੁਣ ਆਪਾਂ ਪੂਰਾ ਕਰਨਾ ਹੈ। ਸਮਾਂ ਖਤਮ ਹੋਣ ਤੋਂ ਪਹਿਲਾਂ ਆਪਾਂ ਮਾਲਕ ਨਾਲ ਮਿਲਾਪ ਕਰਨਾ। ਆਪਾਂ ਉੱਥੇ ਉਹ ਘਰ ਦੇਖਣਾ ਜਿੱਥੇ ਆਪਾਂ ਮਰਨ ਤੋਂ ਬਾਅਦ ਜਾਣਾ। ਜਿੱਥੇ ਆਪਾਂ ਮਰ ਕੇ ਜਾਣਾ ਨਾ, ਉੱਥੇ ਆਪਾਂ ਪਹਿਲਾਂ ਹੀ ਜਾਣਾ ਹੁੰਦਾ, ਪਹਿਲਾਂ ਹੀ ਜਾ ਕੇ ਦੇਖਣਾ ਹੁੰਦਾ ਵੀ ਅਸੀਂ ਮਰਨ ਤੋਂ ਬਾਅਦ ਜਾਣਾ ਕਿੱਥੇ।
ਤੇ ਪਹਿਲਾਂ ਹੀ ਅਸੀਂ ਉੱਥੇ ਆਉਣ ਜਾਣ ਬਣਾ ਲੈਣਾ ਹੁੰਦਾ। ਜਦੋਂ ਆਉਣ ਜਾਣ ਬਣ ਗਿਆ ਤੇ ਸਾਡਾ ਇਹ ਜਨਮ ਮਰਨ ਦਾ ਭਰਮ ਖਤਮ ਹੋ ਜਾਂਦਾ, ਕਿਉਂਕਿ ਆਪਾਂ ਪਹਿਲਾਂ ਹੀ ਉਹ ਥਾਂ ਦੇਖ ਲਈ ਜਿੱਥੇ ਅਸੀਂ ਮਰ ਕੇ ਜਾਣਾ। ਆਪਾਂ ਪਹਿਲਾਂ ਹੀ ਉੱਥੇ ਆਉਣ ਜਾਣ ਬਣਾ ਲਿਆ। ਰੋਜ਼ ਆਪਾਂ ਜਾਵਾਂਗੇ, ਰੋਜ਼ ਉੱਥੋਂ ਵਾਪਸ ਆਵਾਂਗੇ, ਤੇ ਮੌਤ ਦਾ ਸਾਨੂੰ ਕੋਈ ਡਰ ਹੀ ਨਹੀਂ। ਮੌਤ ਦਾ ਡਰ ਤਾਂ ਉਹਨਾਂ ਨੂੰ ਹੁੰਦਾ ਜਿਨ੍ਹਾਂ ਨੇ ਉਹ ਘਰ ਦੇਖਿਆ ਨਹੀਂ, ਵੀ ਮਰਨ ਤੋਂ ਬਾਅਦ ਅੱਗੇ ਪਤਾ ਨਹੀਂ ਕੀ ਹਾਲਤ ਹੋਣੀ, ਕਿੱਥੇ ਜਾਣਾ। ਉਹਨਾਂ ਨੂੰ ਭੈ ਵੀ ਹੁਣ ਪਤਾ ਨਹੀਂ ਅੱਗੇ ਕੀ ਹਾਲਤ ਹੋਏਗੀ। ਜਦੋਂ ਆਪਾਂ ਪਹਿਲਾਂ ਹੀ ਜਾਣ ਆਉਣ ਬਣਾ ਲਿਆ, ਉਹ ਘਰ ਦੇਖ ਲਿਆ, ਤੇ ਆਪਣਾ ਇਹ ਸਾਰਾ ਫਿਕਰ ਚਿੰਤਾ ਹੀ ਖਤਮ ਹੋ ਜਾਣੀ। ਫਿਰ ਤਾਂ ਖੁਸ਼ੀ ਹੁੰਦੀ, ਕਿਉਂਕਿ ਜਦੋਂ ਆਪਦਾ ਘਰ ਦੇਖ ਲਿਆ, ਘਰ 'ਚ ਸੁੱਖ ਹੈ, ਫਿਰ ਖੁਸ਼ੀ ਹੁੰਦੀ ਵੀ ਕਦੋਂ ਇਹ ਦੁੱਖਾਂ ਦੇ ਘਰ ਨੂੰ ਛੱਡ ਕੇ ਆਪਦੇ ਘਰ ਜਾਈਏ ਅਤੇ ਮੁੜ ਕੇ ਆਈਏ ਨਾ ਦੁੱਖਾਂ ਦੇ ਘਰ ਦੇ ਵਿੱਚ। ਸੋ ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ। ਸੋ ਇੰਨੀਆਂ ਹੀ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ ਹਾਂ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ